ਪਾਠ ਨੰਬਰ 3 HTML ਭਾਗ 2। ਇਸ ਪਾਠ ਦੇ ਉਦੇਸ਼ 3.1 ਲਿਸਟਾਂ ਨਾਲ ਕੰਮ ਕਰਨਾ, 3.2 ਟੇਬਲਾਂ ਨਾਲ ਕੰਮ ਕਰਨਾ। ਪਿਛਲੇ ਪਾਠ ਵਿੱਚ ਅਸੀਂ HTML ਡਾਕੂਮੈਂਟ ਨੂੰ ਬਣਾਉਣ ਅਤੇ ਦੇਖਣ ਦੇ ਨਾਲ-ਨਾਲ ਵੈਬ ਪੇਜਾਂ ਨੂੰ ਫਾਰਮੈਟ ਕਰਨ ਲਈ ਵਰਤੇ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਟੈਗਸ ਦੇ ਉਪਯੋਗ ਬਾਰੇ ਸਿੱਖਿਆ। ਇਸ ਪਾਠ ਵਿੱਚ ਅਸੀਂ ਆਪਣੇ ਵੈਬ ਪੇਜ ਵਿੱਚ ਵੱਖ-ਵੱਖ ਕਿਸਮਾਂ ਦੀਆਂ ਲਿਸਟਾਂ ਅਤੇ ਟੇਬਲਾਂ ਨੂੰ ਦਾਖਲ ਕਰਨ ਸੰਬੰਧੀ ਜਾਣਕਾਰੀ ਹਾਸਲ ਕਰਾਂਗੇ। HTML ਲਿਸਟਾਂ ਦੀ ਵਰਤੋਂ ਨਾਲ ਵੈਬ ਡਿਵੈਲਪਮੈਂਟ ਵੱਖ-ਵੱਖ ਸੰਬੰਧਿਤ ਆਈਟਮਾਂ ਦੀਆਂ ਲਿਸਟਾਂ ਬਣਾ ਕੇ ਉਹਨਾਂ ਦਾ ਗਰੁੱਪ ਵਿੱਚ ਪ੍ਰਬੰਧ ਕਰ ਸਕਦੇ ਹਾਂ, ਜਦੋਂ ਕਿ HTML ਟੇਬਲਾਂ ਦੀ ਵਰਤੋਂ ਡਾਟਾ ਨੂੰ ਰੋ ਅਤੇ ਕਾਲਮਾਂ ਵਿੱਚ ਪ੍ਰਬੰਧਿਤ ਕਰਨ ਲਈ ਕੀਤੀ ਜਾਂਦੀ ਹੈ। ਆਓ ਹੁਣ HTML ਡਾਕੂਮੈਂਟ ਵਿੱਚ ਲਿਸਟਾਂ ਅਤੇ ਟੇਬਲਾਂ ਦੇ ਨਾਲ ਕੰਮ ਕਰਨਾ ਸ਼ੁਰੂ ਕਰੀਏ। 3.1 ਲਿਸਟਾਂ ਨਾਲ ਕੰਮ ਕਰਨਾ, ਵਰਕਿੰਗ ਵਿਦ ਲਿਸਟਸ। HTML ਲਿਸਟਾਂ ਦੀ ਵਰਤੋਂ ਵੱਖ-ਵੱਖ ਆਈਟਮਾਂ ਦੀ ਸੂਚੀ ਨੂੰ ਵਧੀਆ ਢੰਗ ਨਾਲ ਪੇਸ਼ ਕਰਨ ਲਈ ਕੀਤੀ ਜਾਂਦੀ ਹੈ। ਸਾਡੇ ਰੋਜ਼ਾਨਾ ਜੀਵਨ ਵਿੱਚ ਅਸੀਂ ਬਹੁਤ ਸਾਰੀਆਂ ਕਿਸਮਾਂ ਦੀਆਂ ਲਿਸਟਾਂ, ਸੂਚੀਆਂ ਦੀ ਵਰਤੋਂ ਕਰਦੇ ਹਾਂ, ਜਿਵੇਂ ਕਿ ਖਰੀਦਦਾਰੀ ਸੰਬੰਧੀ ਸੂਚੀ, ਸ਼ਾਪਿੰਗ ਲਿਸਟ, ਵੱਖ-ਵੱਖ ਕੰਮਾਂ ਨੂੰ ਕਰਨ ਸੰਬੰਧੀ ਸੂਚੀ, ਟੂ ਡੂ ਲਿਸਟ ਆਦਿ। ਸਾਰੀਆਂ ਲਿਸਟਾਂ ਵਿੱਚ ਇੱਕ ਜਾਂ ਵਧੇਰੇ ਆਈਟਮਾਂ ਸ਼ਾਮਲ ਹੋ ਸਕਦੀਆਂ ਹਨ। ਆਰਟੀਕਲਸ, ਵੈਬਸਾਈਟਾਂ ਦੇ ਨੈਵੀਗੇਸ਼ਨ ਮੀਨੂਜ਼, ਵੈਬਸਾਈਟ ਨੈਵੀਗੇਸ਼ਨਸ ਮੀਨੂ ਅਤੇ ਈ-ਕਮਰਸ ਵੈਬਸਾਈਟਾਂ ਤੇ ਉਤਪਾਦਨਾਂ ਦੀਆਂ ਵਿਸ਼ੇਸ਼ਤਾਵਾਂ, ਪ੍ਰੋਡਕਟ ਫੀਚਰਸ ਆਦਿ ਲਈ ਸੂਚੀਆਂ ਦੀ ਨਿਰੰਤਰ ਵਰਤੋਂ ਹੁੰਦੀ ਰਹਿੰਦੀ ਹੈ। ਇਸ ਤਰ੍ਹਾਂ ਇਹ ਲਿਸਟਾਂ ਕਿਸੇ ਮਹੱਤਵਪੂਰਨ ਜਾਣਕਾਰੀ ਨੂੰ ਕੁਝ ਲਾਈਨਾਂ ਦੇ ਰੂਪ ਵਿੱਚ ਪਰਿਭਾਸ਼ਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। HTML ਡਾਕੂਮੈਂਟ ਵਿੱਚ ਅਸੀਂ 3 ਵੱਖ-ਵੱਖ ਕਿਸਮਾਂ ਦੀਆਂ ਲਿਸਟਾਂ ਬਣਾ ਸਕਦੇ ਹਾਂ। ਨੰਬਰ 1 ਅਨਆਰਡਰਡ ਲਿਸਟ ਜਾਂ ਬੁਲਟਡ ਲਿਸਟ। ਨੰਬਰ 2 ਆਰਡਰਡ ਲਿਸਟ ਜਾਂ ਨੰਬਰਡ ਲਿਸਟ। ਨੰਬਰ 3 ਡੈਫੀਨੇਸ਼ਨ ਲਿਸਟ ਜਾਂ ਡਿਸਕ੍ਰਿਪਸ਼ਨ ਲਿਸਟ। ਇਹਨਾਂ ਵਿੱਚ ਹਰੇਕ ਸੂਚੀ ਦਾ ਇੱਕ ਖਾਸ ਉਦੇਸ਼ ਅਤੇ ਅਰਥ ਹੁੰਦਾ ਹੈ। ਇਸ ਪਾਠ ਵਿੱਚ ਅਸੀਂ ਇਹਨਾਂ ਤਿੰਨੇ ਕਿਸਮਾਂ ਦੀਆਂ ਸੂਚੀਆਂ ਬਾਰੇ ਜਾਣਕਾਰੀ ਹਾਸਲ ਕਰਾਂਗੇ। 3.1.1 ਅਨਆਰਡਰਡ ਲਿਸਟ। ਅਨਆਰਡਰਡ ਲਿਸਟ ਉਹ ਲਿਸਟ ਹੁੰਦੀ ਹੈ ਜਿਸ ਵਿੱਚ ਲਿਸਟ ਆਈਟਮਾਂ ਦਾ ਕ੍ਰਮ, ਆਰਡਰ ਕੋਈ ਮਹੱਤਵ ਨਹੀਂ ਰੱਖਦਾ। ਇਸ ਲਿਸਟ ਵਿੱਚ ਸਾਰੀਆਂ ਲਿਸਟ ਆਈਟਮਾਂ ਨੂੰ ਬੁਲੇਟਸ ਨਾਲ ਦਰਸਾਇਆ ਜਾਂਦਾ ਹੈ। ਇਹੀ ਕਾਰਨ ਹੈ ਕਿ ਅਨਆਰਡਰਡ ਲਿਸਟ ਨੂੰ ਬੁਲਟਡ ਲਿਸਟ ਵਜੋਂ ਵੀ ਜਾਣਿਆ ਜਾਂਦਾ ਹੈ। HTML ਡਾਕੂਮੈਂਟ ਵਿੱਚ ਇਹ ਲਿਸਟਾਂ ਬਣਾਉਣ ਲਈ UL ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ UL ਦਾ ਅਰਥ ਹੈ ਅਨਆਰਡਰਡ ਲਿਸਟ। UL ਟੈਗ ਇੱਕ ਪੇਅਰ ਟੈਗ ਹੈ। ਇਸ ਦੀਆਂ ਸਾਰੀਆਂ ਆਈਟਮਾਂ ਓਪਨਿੰਗ UL ਅਤੇ ਕਲੋਜ਼ਿੰਗ UL ਟੈਗਸ ਦੇ ਵਿਚਕਾਰ ਰੱਖੀਆਂ ਜਾਂਦੀਆਂ ਹਨ। ਇਸ ਲਿਸਟ ਦੀ ਹਰ ਆਈਟਮ LI ਟੈਗ ਨਾਲ ਸ਼ੁਰੂ ਹੁੰਦੀ ਹੈ, ਜਿਸ ਦਾ ਅਰਥ ਹੈ ਕਿ ਲਿਸਟ ਆਈਟਮ। ਅਸੀਂ UL ਟੈਗ ਦੇ ਟਾਈਪ ਐਟਰੀਬਿਊਟ ਦੀ ਮਦਦ ਨਾਲ ਬੁਲੇਟਸ ਦੀ ਕਿਸਮ ਵੀ ਬਦਲ ਸਕਦੇ ਹਾਂ। ਹੇਠਾਂ ਦਿੱਤੀ ਉਦਾਹਰਨ ਡਾਕੂਮੈਂਟ ਵਿੱਚ ਅਨਆਰਡਰਡ ਲਿਸਟ ਦੀ ਵਰਤੋਂ ਨੂੰ ਦਰਸਾ ਰਹੀ ਹੈ। ਓਪਨ ਟੈਗ HTML, ਓਪਨ ਟੈਗ ਹੈਡ, ਓਪਨ ਟੈਗ ਟਾਈਟਲ, HTML ਅਨਆਰਡਰਡ ਲਿਸਟ, ਕਲੋਜ਼ ਟਾਈਟਲ ਟੈਗ, ਕਲੋਜ਼ ਹੈਡ ਟੈਗ, ਓਪਨ ਟੈਗ ਬੋਡੀ, ਓਪਨ H1 ਟੈਗ, ਹਾਰਡਵੇਅਰ ਐਗਜ਼ਾਮਪਲਸ, ਕਲੋਜ਼ H1 ਟੈਗ, ਓਪਨ UL ਟੈਗ, ਓਪਨ LI ਟੈਗ, monitor, close LI tag, open LI tag keyboard, close LI tag, open LI tag mouse, close LI tag, open LI tag CPU, close LI tag, close UL tag, close body tag, close HTML tag। ਪ੍ਰੋਗਰਾਮ 3.1 ਅਨਆਰਡਰਡ ਲਿਸਟ ਲਈ HTML ਪ੍ਰੋਗਰਾਮ। ਚਿੱਤਰ 3.1 ਇੰਟਰਨੈਟ ਐਕਸਪਲੋਰਰ ਵਿੱਚ ਪ੍ਰੋਗਰਾਮ 3.1 ਦੀ ਆਉਟਪੁੱਟ ਅਨਆਰਡਰਡ ਲਿਸਟ ਦੇ ਐਟਰੀਬਿਊਟਸ। ਜੇ ਅਸੀਂ ਅਨਆਰਡਰਡ ਲਿਸਟ ਲਈ ਬੁਲੇਟਸ ਦੀ ਕਿਸਮ ਨੂੰ ਬਦਲਣਾ ਚਾਹੁੰਦੇ ਹਾਂ ਤਾਂ ਅਸੀਂ HTML ਡਾਕੂਮੈਂਟ ਵਿੱਚ UL ਟੈਗ ਦੀ ਟਾਈਪ ਐਟਰੀਬਿਊਟ ਦੀ ਵਰਤੋਂ ਕਰ ਸਕਦੇ ਹਾਂ। ਟਾਈਪ ਐਟਰੀਬਿਊਟ ਲਈ ਆਪਸ਼ਨ ਹੇਠਾਂ ਦਿੱਤੇ ਅਨੁਸਾਰ ਹੋ ਸਕਦੇ ਹਨ। UL type equal to square, UL type equal to disk, UL type equal to circle। ਮੂਲ ਰੂਪ ਬਾਈ ਡਿਫਾਲਟ ਵਿੱਚ ਡਿਸਕ ਕਿਸਮ ਦੀਆਂ ਬੁਲੇਟਸ ਦੀ ਵਰਤੋਂ UL ਟੈਗਸ ਲਈ ਕੀਤੀ ਜਾਂਦੀ ਹੈ। ਹੇਠ ਦਿੱਤੀ ਉਦਾਹਰਨ ਵਿੱਚ ਦਿਖਾਇਆ ਗਿਆ ਹੈ ਕਿ ਇਸ ਕਿਸਮ ਲਈ HTML ਡਾਕੂਮੈਂਟ ਵਿੱਚ ਅਨਆਰਡਰਡ ਲਿਸਟ ਦੇ ਟਾਈਪ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਬੁਲੇਟਸ ਸਟਾਈਲ ਨੂੰ ਬਦਲ ਸਕਦੇ ਹਾਂ। ਓਪਨ HTML ਟੈਗ, ਓਪਨ ਹੈਡ ਟੈਗ, ਓਪਨ ਟਾਈਟਲ ਟੈਗ, HTML ਅਨਆਰਡਰਡ ਲਿਸਟ, ਕਲੋਜ਼ ਟਾਈਟਲ ਟੈਗ, ਕਲੋਜ਼ ਹੈਡ ਟੈਗ, ਕਲੋਜ਼ ਓਪਨ ਬੋਡੀ ਟੈਗ, ਓਪਨ H1 ਹਾਰਡਵੇਅਰ ਐਗਜ਼ਾਮਪਲ, ਕਲੋਜ਼ H1, ਓਪਨ UL ਟਾਈਪ ਇਕੁਅਲ ਟੂ ਸਰਕਲ, ਓਪਨ LI ਟੈਗ, ਮੋਨੀਟਰ, ਕਲੋਜ਼ LI ਟੈਗ, open LI tag keyboard, close LI tag, open LI tag mouse, close LI tag, open LI tag CPU, close LI tag, close UL tag, open H1 tag, software example, close H1 tag, open U1 tag, open U1 tag, type equal to square, open LI tag MS Word, close LI tag, open LI tag MS Excel, close LI tag, open LI tag MS PowerPoint, close LI tag, open LI tag MS Window, close LI tag, close UL tag,
ਕਲੋਜ਼ ਬਾਡੀ, ਕਲੋਜ਼ HTML। ਪ੍ਰੋਗਰਾਮ 3.2 ਟਾਈਪ ਐਟਰੀਬਿਊਟ ਨਾਲ ਅਨਆਰਡਰਡ ਲਿਸਟ ਦਾ HTML ਪ੍ਰੋਗਰਾਮ। ਚਿੱਤਰ 3.2 ਇੰਟਰਨੈਟ ਐਕਸਪਲੋਰਰ ਵਿੱਚ ਪ੍ਰੋਗਰਾਮ 3.2 ਦੀ ਆਉਟਪੁੱਟ। 3.1.2 ਆਰਡਰਡ ਲਿਸਟ। ਆਰਡਰਡ ਲਿਸਟ ਦੀ ਵਰਤੋਂ ਉਸ ਸਮੇਂ ਕੀਤੀ ਜਾਂਦੀ ਹੈ ਜਦੋਂ ਲਿਸਟ ਵਿੱਚ ਆਈਟਮਾਂ ਦਾ ਕ੍ਰਮ ਮਹੱਤਵ ਰੱਖਦਾ ਹੋਵੇ। ਇਸ ਲਿਸਟ ਨੂੰ ਨੰਬਰਡ ਲਿਸਟ ਵਜੋਂ ਵੀ ਜਾਣਿਆ ਜਾਂਦਾ ਹੈ ਕਿਉਂਕਿ ਇਹ ਲਿਸਟ ਆਈਟਮਾਂ ਨੂੰ ਸੰਖਿਆਤਮਕ ਕ੍ਰਮ ਵਿੱਚ ਦਰਸਾਉਂਦਾ ਹੈ। HTML ਡਾਕੂਮੈਂਟ ਵਿੱਚ ਇਸ ਕਿਸਮ ਦੀ ਲਿਸਟ ਬਣਾਉਣ ਲਈ OL ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ OL ਦਾ ਅਰਥ ਹੈ ਆਰਡਰਡ ਲਿਸਟ। OL ਟੈਗ ਇੱਕ ਪੇਅਰ ਟੈਗ ਹੈ। ਇਸ ਲਿਸਟ ਦੀਆਂ ਸਾਰੀਆਂ ਆਈਟਮਾਂ ਓਪਨ OL ਟੈਗ ਅਤੇ ਕਲੋਜ਼ OL ਟੈਗ ਦੇ ਵਿਚਕਾਰ ਰੱਖੀਆਂ ਜਾਂਦੀਆਂ ਹਨ। ਅਨਆਰਡਰਡ ਲਿਸਟ ਦੀ ਤਰ੍ਹਾਂ ਇਸ ਲਿਸਟ ਦੀ ਹਰ ਆਈਟਮ ਵੀ LI ਟੈਗ ਨਾਲ ਸ਼ੁਰੂ ਹੁੰਦੀ ਹੈ। ਹੇਠਾਂ ਦਿੱਤੀ ਉਦਾਹਰਨ HTML ਡਾਕੂਮੈਂਟ ਵਿੱਚ ਆਰਡਰਡ ਲਿਸਟ ਦੀ ਵਰਤੋਂ ਨੂੰ ਦਰਸਾ ਰਹੀ ਹੈ। ਓਪਨ HTML ਟੈਗ, ਓਪਨ ਹੈਡ ਟੈਗ, ਓਪਨ ਟਾਈਟਲ ਟੈਗ, HTML ਆਰਡਰਡ ਲਿਸਟ, ਕਲੋਜ਼ ਟਾਈਟਲ ਟੈਗ, ਕਲੋਜ਼ ਹੈਡ ਟੈਗ, ਓਪਨ ਬਾਡੀ ਟੈਗ, H1 ਹਾਰਡਵੇਅਰ ਐਗਜ਼ਾਮਪਲਸ, ਓਪਨ H1 ਟੈਗ ਹਾਰਡਵੇਅਰ ਐਗਜ਼ਾਮਪਲ, ਕਲੋਜ਼ H1 ਟੈਗ, open OL tag, open LI tag monitor, close LI tag, open LI tag keyboard, close LI tag, open LI tag mouse, close LI tag, open LI tag CPU, close LI tag, close OL tag, close body tag, close HTML tag। ਪ੍ਰੋਗਰਾਮ 3.3 ਆਰਡਰਡ ਲਿਸਟ ਲਈ ਪ੍ਰੋਗਰਾਮ। ਚਿੱਤਰ 3.3 ਇੰਟਰਨੈਟ ਐਕਸਪਲੋਰਰ ਵਿੱਚ ਪ੍ਰੋਗਰਾਮ 3.3 ਦੀ ਆਉਟਪੁੱਟ। ਆਰਡਰਡ ਲਿਸਟ ਦੇ ਐਟਰੀਬਿਊਟਸ। ਅਸੀਂ ਆਰਡਰਡ ਲਿਸਟ ਵਿੱਚ ਲਿਸਟ ਆਈਟਮ ਦੇ ਕ੍ਰਮ ਨੂੰ ਦਰਸਾਉਣ ਲਈ ਸੰਖਿਆਤਮਕ ਕ੍ਰਮ ਜਾਂ ਵਰਣਮਾਲਾ ਦੇ ਕ੍ਰਮ ਜਾਂ ਕੋਈ ਵੀ ਅਜਿਹਾ ਫਾਰਮੈਟ ਜਿਸ ਨਾਲ ਕ੍ਰਮ ਨੂੰ ਦਰਸਾਇਆ ਜਾ ਸਕਦਾ ਹੈ ਦੀ ਵਰਤੋਂ ਕਰ ਸਕਦੇ ਹਾਂ। ਆਰਡਰਡ ਲਿਸਟਾਂ ਵਿੱਚ ਲਿਸਟ ਦੇ ਕ੍ਰਮ ਦੀਆਂ ਵੱਖੋ ਵੱਖਰੀਆਂ ਕਿਸਮਾਂ ਇਸ ਪ੍ਰਕਾਰ ਹੋ ਸਕਦੀਆਂ ਹਨ। ਨੂਮੈਰਿਕ ਅੰਕਾਂ ਨਾਲ ਆਰਡਰਡ ਲਿਸਟ 1 2 3, ਵੱਡੇ ਰੋਮਨ ਅੰਕਾਂ ਨਾਲ ਆਰਡਰਡ ਲਿਸਟ, ਛੋਟੇ ਰੋਮਨ ਅੰਕਾਂ ਨਾਲ ਆਰਡਰਡ ਲਿਸਟ, ਅੰਗਰੇਜ਼ੀ ਦੇ ਵੱਡੇ ਅੱਖਰਾਂ ਨਾਲ ਆਰਡਰਡ ਲਿਸਟ, ਅੰਗਰੇਜ਼ੀ ਦੇ ਛੋਟੇ ਅੱਖਰਾਂ ਨਾਲ ਆਰਡਰਡ ਲਿਸਟ। ਅਸੀਂ OL ਟੈਗ ਵਿੱਚ ਟਾਈਪ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਕ੍ਰਮ ਦੀ ਕਿਸਮ ਬਦਲ ਸਕਦੇ ਹਾਂ। ਮੂਲ ਰੂਪ ਵਿੱਚ ਬਾਈ ਡਿਫਾਲਟ ਇਹ ਕ੍ਰਮ ਡੈਸੀਮਲ ਨੰਬਰਾਂ ਵਿੱਚ ਹੁੰਦਾ ਹੈ। ਆਰਡਰ ਲਿਸਟ ਵਿੱਚ ਨੰਬਰਾਂ ਦੇ ਫਾਰਮੈਟ ਨੂੰ ਬਦਲਣ ਲਈ ਟਾਈਪ ਐਟਰੀਬਿਊਟ ਦੀਆਂ ਸੰਭਾਵਿਤ ਆਪਸ਼ਨਾਂ ਹੇਠਾਂ ਦਿੱਤੇ ਅਨੁਸਾਰ ਹੋ ਸਕਦੀਆਂ ਹਨ। ਓਪਨ OL ਟਾਈਪ ਇਕੁਅਲ ਟੂ 1, ਇਹ ਆਰਡਰ ਲਿਸਟ ਦਾ ਡਿਫਾਲਟ ਨੰਬਰ ਫਾਰਮੈਟ ਹੁੰਦਾ ਹੈ। ਓਪਨ OL ਟਾਈਪ ਇਕੁਅਲ ਟੂ I, ਇਹ ਅਪਰ ਕੇਸ ਰੋਮਨ ਅੰਕਾਂ ਲਈ ਵਰਤਿਆ ਜਾਂਦਾ ਹੈ। ਓਪਨ OL ਟਾਈਪ ਇਕੁਅਲ ਟੂ ਸਮਾਲ I, ਇਹ ਲੋਅਰ ਕੇਸ ਰੋਮਨ ਅੰਕਾਂ ਲਈ ਵਰਤਿਆ ਜਾਂਦਾ ਹੈ। ਓਪਨ OL ਟਾਈਪ ਇਕੁਅਲ ਟੂ ਕੈਪੀਟਲ A, ਇਹ ਅਪਰ ਕੇਸ ਅੱਖਰਾਂ ਲਈ ਵਰਤਿਆ ਜਾਂਦਾ ਹੈ। ਓਪਨ OL ਟਾਈਪ ਇਕੁਅਲ ਟੂ ਸਮਾਲ a, ਇਹ ਲੋਅਰ ਕੇਸ ਅੱਖਰਾਂ ਲਈ ਵਰਤਿਆ ਜਾਂਦਾ ਹੈ। ਅਸੀਂ OL ਟੈਗ ਦੇ ਸਟਾਰਟ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਆਪਣੀ ਜ਼ਰੂਰਤ ਅਨੁਸਾਰ ਨੰਬਰਿੰਗ ਦੇ ਸ਼ੁਰੂਆਤੀ ਮੁੱਲ ਨੂੰ ਵੀ ਨਿਰਧਾਰਿਤ ਕਰ ਸਕਦੇ ਹਾਂ। ਉਦਾਹਰਨ ਲਈ OL ਟਾਈਪ ਇਕੁਅਲ ਟੂ I, ਸਟਾਰਟ ਇਕੁਅਲ ਟੂ 5 ਨਾਲ ਲਿਸਟ ਆਈਟਮਾਂ ਦਾ ਕ੍ਰਮ ਰੋਮਨ ਅੰਕ 5 ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਹੇਠਾਂ ਦਿੱਤੇ HTML ਪ੍ਰੋਗਰਾਮ ਵਿੱਚ ਟਾਈਪ ਅਤੇ ਸਟਾਰਟ ਐਟਰੀਬਿਊਟ ਦੇ ਨਾਲ ਆਰਡਰਡ ਲਿਸਟ ਦੀ ਵਰਤੋਂ ਨੂੰ ਦਰਸਾਇਆ ਗਿਆ ਹੈ। ਓਪਨ HTML ਟੈਗ, ਓਪਨ ਹੈਡ ਟੈਗ, ਓਪਨ ਟਾਈਟਲ ਟੈਗ, HTML ਆਰਡਰਡ ਲਿਸਟ, ਕਲੋਜ਼ ਟਾਈਟਲ ਟੈਗ, ਕਲੋਜ਼ ਹੈਡ ਟੈਗ, ਓਪਨ ਬਾਡੀ ਟੈਗ, H1 ਹਾਰਡਵੇਅਰ ਐਗਜ਼ਾਮਪਲ, ਕਲੋਜ਼ H1 ਟੈਗ, OL ਟਾਈਪ ਇਕੁਅਲ ਟੂ ਕੈਪੀਟਲ A, ਓਪਨ LI ਟੈਗ ਮੋਨੀਟਰ, ਕਲੋਜ਼ LI ਟੈਗ, ਓਪਨ LI ਟੈਗ ਕੀਬੋਰਡ, ਕਲੋਜ਼ LI ਟੈਗ, ਓਪਨ LI ਟੈਗ ਮਾਊਸ, ਕਲੋਜ਼ LI ਟੈਗ, ਓਪਨ LI ਟੈਗ CPU, ਕਲੋਜ਼ LI ਟੈਗ, close OL tag, open H1 software example, close H1 tag, open OL type equal to 1, start equal to 5, open LI tag MS Word, close LI tag, open LI tag MS Excel, close LI tag, open LI tag MS PowerPoint, close LI tag, open LI tag MS Window, close LI tag, close OL tag, close body tag, close HTML tag। ਪ੍ਰੋਗਰਾਮ 3.4 ਟਾਈਪ ਐਟਰੀਬਿਊਟ ਨਾਲ ਆਰਡਰਡ ਲਿਸਟ ਦਾ HTML ਪ੍ਰੋਗਰਾਮ। 3.4 ਇੰਟਰਨੈਟ ਐਕਸਪਲੋਰਰ ਵਿੱਚ ਪ੍ਰੋਗਰਾਮ 3.4 ਦੀ ਆਉਟਪੁੱਟ। 3.1.3 ਡੈਫੀਨੇਸ਼ਨ ਲਿਸਟ, ਪਰਿਭਾਸ਼ਾ ਸੂਚੀ। HTML ਇੱਕ ਹੋਰ ਲਿਸਟ ਸਟਾਈਲ ਦਾ ਸਮਰਥਨ ਕਰਦਾ ਹੈ ਜਿਸ ਨੂੰ ਡੈਫੀਨੇਸ਼ਨ ਲਿਸਟ, ਪਰਿਭਾਸ਼ਾ ਸੂਚੀ ਜਾਂ ਡਿਸਕ੍ਰਿਪਸ਼ਨ ਲਿਸਟ, ਵਰਣਨ ਸੂਚੀ ਵੀ ਕਿਹਾ ਜਾਂਦਾ ਹੈ। ਡੈਫੀਨੇਸ਼ਨ ਲਿਸਟ ਹਰੇਕ ਆਈਟਮ ਜਾਂ ਸ਼ਬਦ ਦੇ ਵਰਤਨ ਜਾਂ ਪਰਿਭਾਸ਼ਾ ਨੂੰ ਦਰਸਾਉਂਦੀ ਹੋਈ ਵੱਖ-ਵੱਖ ਆਈਟਮਾਂ ਦੀ ਇੱਕ ਲਿਸਟ ਹੁੰਦੀ ਹੈ। ਇਸ ਲਿਸਟ ਵਿੱਚ ਆਈਟਮਾਂ ਨੂੰ ਇੱਕ ਸ਼ਬਦਕੋਸ਼ ਦੀ ਤਰ੍ਹਾਂ ਸੂਚੀਬੱਧ ਕੀਤਾ ਗਿਆ ਹੁੰਦਾ ਹੈ। HTML ਵਿੱਚ DL ਟੈਗ ਦੀ ਵਰਤੋਂ ਡੈਫੀਨੇਸ਼ਨ ਲਿਸਟ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਡੈਫੀਨੇਸ਼ਨ ਲਿਸਟ ਵਿੱਚ ਹਰੇਕ ਲਿਸਟ ਆਈਟਮ ਵਿੱਚ ਦੋ ਤਰ੍ਹਾਂ ਦੇ ਕੰਟੈਂਟਸ ਦਾਖਲ ਕੀਤੇ ਜਾਂਦੇ ਹਨ। ਡੈਫੀਨੇਸ਼ਨ ਟਾਈਟਲ, ਪਰਿਭਾਸ਼ਾ ਸਿਰਲੇਖ, ਇਸ ਨੂੰ ਡਾਟਾ ਟਰਮ ਵੀ ਕਿਹਾ ਜਾ ਸਕਦਾ ਹੈ। ਡੈਫੀਨੇਸ਼ਨ ਟਾਈਟਲ ਲਈ DT ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਡੈਫੀਨੇਸ਼ਨ ਡਿਸਕ੍ਰਿਪਸ਼ਨ, ਪਰਿਭਾਸ਼ਾ ਵਰਣਨ, ਇਸ ਨੂੰ ਡਾਟਾ ਡੈਫੀਨੇਸ਼ਨ ਵੀ ਕਿਹਾ ਜਾ ਸਕਦਾ ਹੈ। ਡੈਫੀਨੇਸ਼ਨ ਡਿਸਕ੍ਰਿਪਸ਼ਨ ਲਈ DD ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਓਪਨ DT ਅਤੇ ਓਪਨ DD ਟੈਗ ਦੀ ਵਰਤੋਂ ਓਪਨ DL
ਅਤੇ ਕਲੋਜ਼ ਡੀਐਲ ਟੈਗਸ ਦੇ ਵਿਚਕਾਰ ਕੀਤੀ ਜਾਂਦੀ ਹੈ। ਓਪਨ ਡੀਐਲ ਟੈਗ ਨਾਲ ਕਿਸੇ ਐਟਰੀਬਿਊਟ ਦੀ ਵਰਤੋਂ ਨਹੀਂ ਕੀਤੀ ਜਾਂਦੀ। ਹੇਠਾਂ ਦਿੱਤੇ HTML ਪ੍ਰੋਗਰਾਮ ਵਿੱਚ ਡੈਫੀਨੇਸ਼ਨ ਲਿਸਟਾਂ ਨਾਲ ਸੰਬੰਧਿਤ ਟੈਗ ਦੀ ਵਰਤੋਂ ਨੂੰ ਦਰਸਾਇਆ ਗਿਆ ਹੈ। ਓਪਨ HTML ਟੈਗ, ਓਪਨ ਹੈਡ ਟੈਗ, ਓਪਨ ਟਾਈਟਲ ਟੈਗ, HTML ਡੈਫੀਨੇਸ਼ਨ ਲਿਸਟ, ਕਲੋਜ਼ ਟਾਈਟਲ ਟੈਗ, ਕਲੋਜ਼ ਹੈਡ ਟੈਗ, ਓਪਨ ਬॉडी ਟੈਗ, ਓਪਨ DL ਟੈਗ, ਓਪਨ DT ਟੈਗ, HTML ਕਲੋਜ਼ DT ਟੈਗ, ਓਪਨ DD ਟੈਗ। HTML stands for Hypertext Markup Language. It is the standard markup language for creating web pages. A markup language is a computer language that use tags to define elements within a document. Close DD tag, open DT tag, CSS, close DT tag, open DD tag. CSS stands for Cascading Style Sheet. It describes how HTML elements are to be displayed on screen, paper, or in other media. CSS saves a lot of work. It can control the layout of multiple web pages all at once. External style sheets are stored in CSS files. Close DD tag, close DL tag, close body tag, close HTML tag. Program 3.5 ਪਰਿਭਾਸ਼ਾ ਸੂਚੀ ਲਈ HTML ਪ੍ਰੋਗਰਾਮ। ਚਿੱਤਰ 3.5 ਇੰਟਰਨੈਟ ਐਕਸਪਲੋਰਰ ਵਿੱਚ ਪ੍ਰੋਗਰਾਮ 3.5 ਦੀ ਆਉਟਪੁੱਟ। 3.1.4 ਨੈਸਟਡ ਲਿਸਟਾਂ। ਇੱਕ ਨੈਸਟਡ ਲਿਸਟ ਨੂੰ ਸਬ ਲਿਸਟ ਵਜੋਂ ਵੀ ਜਾਣਿਆ ਜਾਂਦਾ ਹੈ। ਇਹ HTML ਵਿੱਚ ਕੋਈ ਨਵੀਂ ਕਿਸਮ ਦੀ ਲਿਸਟ ਨਹੀਂ ਹੈ, ਨਾ ਹੀ ਇਹਨਾਂ ਲਿਸਟਾਂ ਨੂੰ ਬਣਾਉਣ ਲਈ ਕਿਸੇ ਵਿਸ਼ੇਸ਼ ਟੈਗਸ ਦੀ ਵਰਤੋਂ ਕੀਤੀ ਜਾਂਦੀ ਹੈ। ਸਧਾਰਨ ਸ਼ਬਦਾਂ ਵਿੱਚ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਹ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਹੁੰਦੀ ਹੈ। ਸਬ ਲਿਸਟ ਨੂੰ li ਟੈਗਸ ਦੇ ਚਾਈਲਡ ਐਲੀਮੈਂਟ ਵਜੋਂ ਵਰਤਿਆ ਜਾਂਦਾ ਹੈ। ਅਸੀਂ ਵੱਖਰੀਆਂ ਲਿਸਟਾਂ ਦੀ ਵਰਤੋਂ ਕਰਦੇ ਹੋਏ ਵੀ ਨੈਸਟਡ ਲਿਸਟਾਂ ਦੀ ਤਿਆਰੀ ਕਰ ਸਕਦੇ ਹਾਂ। HTML ਡਾਕੂਮੈਂਟਸ ਵਿੱਚ ਨੈਸਟਡ ਲਿਸਟਾਂ ਬਣਾਉਣ ਲਈ ਹੇਠ ਲਿਖੀ ਪ੍ਰਕਿਰਿਆ ਦੀ ਵਰਤੋਂ ਕੀਤੀ ਜਾ ਸਕਦੀ ਹੈ। ਨੰਬਰ 1, ਸਭ ਤੋਂ ਪਹਿਲਾਂ ਇੱਕ ਸਧਾਰਨ ਲਿਸਟ ਤਿਆਰ ਕਰੋ। ਇਹ ਲਿਸਟ ਆਰਡਰਡ ਜਾਂ ਅਨਆਰਡਰਡ ਕੋਈ ਵੀ ਹੋ ਸਕਦੀ ਹੈ। ਉਦਾਹਰਨ ਲਈ ਓਪਨ UL ਟੈਗ, ਓਪਨ LI ਟੈਗ ਹਾਰਡਵੇਅਰ, ਕਲੋਜ਼ LI ਟੈਗ, ਓਪਨ LI ਟੈਗ ਸੌਫਟਵੇਅਰ, ਕਲੋਜ਼ LI ਟੈਗ, ਓਪਨ LI ਟੈਗ ਯੂਜ਼ਰ, ਕਲੋਜ਼ LI ਟੈਗ, ਕਲੋਜ਼ UL ਟੈਗ। ਨੰਬਰ 2, ਮੰਨ ਲਓ ਹੁਣ ਅਸੀਂ ਲਿਸਟ ਆਈਟਮ ਸੌਫਟਵੇਅਰ ਦੇ ਅਧੀਨ ਨੰਬਰ ਆਈਟਮਾਂ, ਸਿਸਟਮ ਸੌਫਟਵੇਅਰ ਅਤੇ ਐਪਲੀਕੇਸ਼ਨ ਸੌਫਟਵੇਅਰ ਦਾਖਲ ਕਰਨਾ ਚਾਹੁੰਦੇ ਹਾਂ। ਅਜਿਹਾ ਕਰਨ ਲਈ ਲਿਸਟ ਆਈਟਮ ਸੌਫਟਵੇਅਰ ਅਧੀਨ ਇੱਕ ਆਰਡਰਡ ਸਬ ਲਿਸਟ ਤਿਆਰ ਕਰੋ, ਜਿਵੇਂ ਕਿ ਹੇਠਾਂ ਦਿੱਤੇ HTML ਪ੍ਰੋਗਰਾਮ ਵਿੱਚ ਦਿਖਾਇਆ ਗਿਆ ਹੈ। ਓਪਨ HTML ਟੈਗ, ਓਪਨ ਹੈਡ ਟੈਗ, open title tag, nested list, close title tag, close head tag, open body tag, open h2 tag, example of nested list, close h2 tag, open UL tag, open LI tag hardware, close LI tag, open LI tag software, open OL type equal to I, open LI tag system software, close LI tag, open LI tag application software, close LI tag, close OL tag, close LI tag, open LI tag user, close LI tag, close UL tag, close body tag, close HTML tag। ਪ੍ਰੋਗਰਾਮ 3.6 ਨੈਸਟਡ ਲਿਸਟ ਲਈ HTML ਪ੍ਰੋਗਰਾਮ। ਚਿੱਤਰ 3.6 ਇੰਟਰਨੈਟ ਐਕਸਪਲੋਰਰ ਵਿੱਚ ਪ੍ਰੋਗਰਾਮ 3.6 ਦੀ ਆਉਟਪੁੱਟ। ਇਸੇ ਤਰ੍ਹਾਂ ਅਸੀਂ ਲਿਸਟ ਵਿੱਚ ਨੈਸਟਿੰਗ ਦੇ ਹੋਰ ਲੈਵਲ ਵੀ ਦਾਖਲ ਕਰ ਸਕਦੇ ਹਾਂ। 3.2 ਟੇਬਲਾਂ ਨਾਲ ਕੰਮ ਕਰਨਾ। ਟੇਬਲ ਇੱਕ ਅਜਿਹੀ ਮੰਤਰ ਹੁੰਦੀ ਹੈ ਜਿਸ ਵਿੱਚ ਡਾਟਾ ਨੂੰ ਰੋਜ਼ ਅਤੇ ਕਾਲਮਾਂ ਵਿੱਚ ਵਿਵਸਥਿਤ ਕੀਤਾ ਜਾਂਦਾ ਹੈ। ਟੇਬਲਾਂ ਦੀ ਜ਼ਿਆਦਾਤਰ ਵਰਤੋਂ ਡਾਟਾ ਨੂੰ ਟੇਬਲ ਦੇ ਰੂਪ ਵਿੱਚ ਪ੍ਰਸਤੁਤ ਕਰਨ ਲਈ ਕੀਤੀ ਜਾਂਦੀ ਹੈ ਤਾਂ ਕਿ ਡਾਟਾ ਦਾ ਵਿਸ਼ਲੇਸ਼ਣ, ਡਾਟਾ ਐਨਾਲਿਸਿਸ ਅਤੇ ਖੋਜ ਕਾਰਜਾਂ, ਰਿਸਰਚ ਵਰਕ ਆਦਿ ਨਾਲ ਸੰਬੰਧਿਤ ਕੰਮ ਆਸਾਨੀ ਨਾਲ ਕੀਤੇ ਜਾ ਸਕਣ। ਟੇਬਲ ਵਿੱਚ ਦਰਸਾਈ ਗਈ ਜਾਣਕਾਰੀ ਆਸਾਨੀ ਨਾਲ ਪੜ੍ਹਨਯੋਗ, ਰੀਡੇਬਲ ਅਤੇ ਸਮਝਣਯੋਗ ਅੰਡਰਸਟੈਂਡੇਬਲ ਹੁੰਦੀ ਹੈ। ਟੇਬਲਸ ਲੰਮੀ ਅਤੇ ਵਿਆਪਕ ਜਾਣਕਾਰੀ ਨੂੰ ਕੰਪਾਈਲ ਕਰਨ ਦਾ ਇੱਕ ਵਧੀਆ ਢੰਗ ਪ੍ਰਦਾਨ ਕਰਦੇ ਹਨ। ਸਾਰੇ ਪ੍ਰਸਿੱਧ ਵੈਬ ਬ੍ਰਾਊਜ਼ਰ ਟੇਬਲਾਂ ਨੂੰ ਸਪੋਰਟ ਪ੍ਰਦਾਨ ਕਰਦੇ ਹਨ। HTML ਟੇਬਲ ਵੈਬ ਲੇਖਕਾਂ ਨੂੰ ਟੈਕਸਟ, ਤਸਵੀਰਾਂ, ਲਿੰਕ ਆਦਿ ਵਰਗੇ ਡਾਟਾ ਨੂੰ ਰੋਜ਼ ਅਤੇ ਕਾਲਮਾਂ ਵਿੱਚ ਵਿਵਸਥਿਤ ਕਰਨ ਦੀ ਆਗਿਆ ਦਿੰਦੇ ਹਨ। ਰੋਜ਼ ਅਤੇ ਕਾਲਮਾਂ ਦੇ ਅੰਤਰ ਵਿਭਾਗੀ ਖੇਤਰ ਨੂੰ ਸੈੱਲ ਕਿਹਾ ਜਾਂਦਾ ਹੈ। ਇਹਨਾਂ ਸੈੱਲ ਵਿੱਚ ਟੇਬਲਸ ਦੇ ਕੰਟੈਂਟਸ ਦਿਖਾਏ ਜਾਂਦੇ ਹਨ। HTML ਡਾਕੂਮੈਂਟਸ ਵਿੱਚ ਟੇਬਲ ਦੇ ਨਾਲ ਕੰਮ ਕਰਨ ਲਈ ਹੇਠ ਲਿਖੇ ਟੈਗਸ ਦੀ ਵਰਤੋਂ ਕੀਤੀ ਜਾਂਦੀ ਹੈ। ਟੇਬਲ ਟੈਗ HTML ਡਾਕੂਮੈਂਟ ਵਿੱਚ ਇੱਕ ਟੇਬਲ ਬਣਾਉਣ ਲਈ ਟੇਬਲ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਇੱਕ ਪੇਅਰਡ ਕੰਟੇਨਰ ਟੈਗ ਹੈ। ਹਰੇਕ ਓਪਨ ਟੇਬਲ ਟੈਗ ਨਾਲ ਸ਼ੁਰੂ ਹੋਣਾ ਚਾਹੀਦਾ ਹੈ ਅਤੇ ਕਲੋਜ਼ ਟੇਬਲ ਟੈਗ ਨਾਲ ਖਤਮ ਹੋਣਾ ਚਾਹੀਦਾ ਹੈ। ਡਾਟਾ ਸਮੇਤ ਸਾਰੀਆਂ ਰੋਜ਼ ਅਤੇ ਕਾਲਮਸ ਓਪਨ ਟੇਬਲ ਟੈਗ, ਕਲੋਜ਼ ਟੇਬਲ ਟੈਗਸ ਦੇ ਵਿਚਕਾਰ ਪਰਿਭਾਸ਼ਿਤ ਕੀਤੇ ਜਾਂਦੇ ਹਨ। TR ਟੈਗ, TR ਦਾ ਅਰਥ ਹੈ ਟੇਬਲ ਰੋ। ਇਹ ਟੈਗ ਟੇਬਲ ਵਿੱਚ ਇੱਕ ਕਤਾਰ ਰੋ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਇਹ ਟੈਗ ਵੀ ਇੱਕ ਪੇਅਰ ਕੰਟੇਨਰ ਟੈਗ ਹੈ। ਇਹ ਟੈਗ ਟੇਬਲ ਵਿੱਚ ਇੱਕ ਕਤਾਰ
ਰੋ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਇਹ ਟੈਗ ਵੀ ਇੱਕ ਪੇਅਰਡ ਕੰਟੇਨਰ ਟੈਗ ਹੈ। ਟੇਬਲ ਦੀ ਹਰ ਰੋ tr ਟੈਗ ਨਾਲ ਸ਼ੁਰੂ ਹੁੰਦੀ ਹੈ ਅਤੇ ਕਲੋਜ਼ tr ਟੈਗ ਨਾਲ ਖਤਮ ਹੁੰਦੀ ਹੈ। ਹਰੇਕ ਟੇਬਲ ਹੈਡਿੰਗ th ਅਤੇ ਟੇਬਲ ਡਾਟਾ td ਨੂੰ tr ਅਤੇ ਕਲੋਜ਼ tr ਟੈਗਸ ਵਿਚਕਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਟੇਬਲਸ ਦੀ ਹਰੇਕ ਰੋ ਲਈ ਇੱਕ ਵੱਖਰਾ ਓਪਨ tr ਟੈਗ ਕਲੋਜ਼ tr ਟੈਗ ਟੇਬਲਸ ਟੈਗ ਵਿੱਚ ਪਰਿਭਾਸ਼ਿਤ ਕੀਤਾ ਜਾਂਦਾ ਹੈ। th ਟੈਗ th ਦਾ ਅਰਥ ਹੈ ਟੇਬਲ ਹੈਡਿੰਗ। ਇਹ ਟੈਗ ਟੇਬਲ ਹੈਡਿੰਗ ਕਾਲਮਾਂ ਦੇ ਨਾਮ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਇਹ ਵੀ ਇੱਕ ਪੇਅਰਡ ਕੰਟੇਨਰ ਟੈਗ ਹੈ ਜੋ th ਟੈਗ ਨਾਲ ਸ਼ੁਰੂ ਹੁੰਦਾ ਹੈ ਅਤੇ ਕਲੋਜ਼ th ਟੈਗ ਨਾਲ ਖਤਮ ਹੁੰਦਾ ਹੈ। ਹਰੇਕ ਟੇਬਲ ਹੈਡਿੰਗ ਕਾਲਮ ਦੇ ਨਾਮ ਲਈ th ਟੈਗ ਅਤੇ ਕਲੋਜ਼ th ਟੈਗ ਦਾ ਇੱਕ ਵੱਖਰਾ ਸੁਮੇਲ ਇਹ ਟੈਗ ਓਪਨ tr ਟੈਗ ਅਤੇ ਕਲੋਜ਼ tr ਟੈਗ ਦੇ ਵਿਚਕਾਰ ਪਰਿਭਾਸ਼ਿਤ ਹੋਣੇ ਚਾਹੀਦੇ ਹਨ। ਆਮ ਤੌਰ ਤੇ ਅਸੀਂ ਟੇਬਲ ਦੀ ਸਿਖਰਲੀ ਰੋ ਟਾਪ ਰੋ ਨੂੰ ਟੇਬਲ ਹੈਡਿੰਗ ਵਜੋਂ ਵਰਤਦੇ ਹਾਂ, ਪਰ ਅਸੀਂ ਕਿਸੇ ਵੀ ਰੋ ਵਿੱਚ th ਟੈਗ ਦੀ ਵਰਤੋਂ ਕਰ ਸਕਦੇ ਹਾਂ। ਮੂਲ ਰੂਪ ਵਿੱਚ ਬਾਈ ਡਿਫਾਲਟ ਟੇਬਲ ਹੈਡਿੰਗਸ ਬੋਲਡ ਅਤੇ ਸੈੱਲ ਦੇ ਸੈਂਟਰ ਵਿੱਚ ਦਿਖਾਈ ਦਿੰਦੇ ਹਨ। td ਟੈਗ ਦਾ ਅਰਥ ਹੈ ਟੇਬਲ ਡਾਟਾ। ਇਹ ਟੈਗ ਸੈੱਲ ਦੇ ਕੰਟੈਂਟਸ ਡਾਟਾ ਨੂੰ ਪਰਿਭਾਸ਼ਿਤ ਕਰਨ ਲਈ ਵਰਤਿਆ ਜਾਂਦਾ ਹੈ। ਇਹ ਵੀ ਇੱਕ ਪੇਅਰਡ ਕੰਟੇਨਰ ਟੈਗ ਹੈ। ਸੈੱਲ ਕੰਟੈਂਟਸ ਡਾਟਾ ਨੂੰ ਓਪਨ td ਅਤੇ ਕਲੋਜ਼ td ਟੈਗ ਵਿਚਕਾਰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਹ ਟੈਗਸ ਓਪਨ tr ਅਤੇ ਕਲੋਜ਼ tr ਟੈਗਸ ਦੇ ਵਿਚਕਾਰ ਪਰਿਭਾਸ਼ਿਤ ਹੋਣੇ ਚਾਹੀਦੇ ਹਨ। td ਟੈਗਸ ਦੁਆਰਾ ਪਰਿਭਾਸ਼ਿਤ ਕੀਤੇ ਕੰਟੈਂਟਸ ਨਿਯਮਿਤ ਅਤੇ ਮੂਲ ਰੂਪ ਵਿੱਚ ਸੈੱਲ ਦੇ ਖੱਬੇ ਪਾਸੇ ਵੱਲ ਅਲਾਈਨ ਹੁੰਦੇ ਹਨ। ਕੈਪਸ਼ਨ ਟੇਬਲ ਟੈਗਸ ਦੇ ਟਾਈਟਲ ਟੈਗ ਜਾਂ ਵਿਆਖਿਆ ਵਜੋਂ ਕੰਮ ਕਰਦਾ ਹੈ। ਇਹ ਟੈਗ ਦੇ ਉੱਪਰਲੇ ਪਾਸੇ ਦਿਖਾਈ ਦਿੰਦਾ ਹੈ। ਮੂਲ ਰੂਪ ਵਿੱਚ ਇੱਕ ਟੇਬਲ ਟਾਈਟਲ ਸੈਂਟਰ ਅਲਾਈਨ ਹੁੰਦਾ ਹੈ। ਕੈਪਸ਼ਨ ਟੈਗ ਟੇਬਲ ਟੈਗ ਸ਼ੁਰੂ ਕਰਨ ਦੇ ਤੁਰੰਤ ਬਾਅਦ ਲਿਖਿਆ ਜਾਣਾ ਚਾਹੀਦਾ ਹੈ। ਇਹ ਟੈਗ ਟੇਬਲ ਨੂੰ ਪਰਿਭਾਸ਼ਿਤ ਕਰਨ ਲਈ ਲਾਜ਼ਮੀ ਨਹੀਂ ਹੁੰਦਾ ਕਿ ਜੇਕਰ ਅਸੀਂ ਟੇਬਲ ਲਈ ਕਿਸੇ ਟਾਈਟਲ ਨੂੰ ਪਰਿਭਾਸ਼ਿਤ ਕਰਨਾ ਚਾਹੁੰਦੇ ਹਾਂ, ਸਿਰਫ ਤਾਂ ਹੀ ਅਸੀਂ ਇਸ ਟੈਗ ਦੀ ਵਰਤੋਂ ਕਰਾਂਗੇ। ਹੇਠਾਂ ਇੱਕ ਸਧਾਰਨ ਟੇਬਲ ਦੀ ਉਦਾਹਰਨ ਦਿੱਤੀ ਗਈ ਹੈ। ਰੋਲ ਨੰਬਰ ਟੇਬਲ ਸਟੂਡੈਂਟ ਇਨਫੋਰਮੇਸ਼ਨ ਰੋਲ ਨੰਬਰ ਨੇਮ ਆਫ ਸਟੂਡੈਂਟਸ 101 ਪਰਮਵੀਰ 102 ਕਰਨਵੀਰ 103। ਜੇਕਰ ਅਸੀਂ ਕਿਸੇ ਵੈਬ ਪੇਜ ਲਈ ਕਿਸੇ ਕਿਸਮ ਦਾ ਟੇਬਲ ਬਣਾਉਣਾ ਚਾਹੁੰਦੇ ਹਾਂ ਤਾਂ ਅਸੀਂ HTML ਡਾਕੂਮੈਂਟ ਵਿੱਚ ਉਪਰੋਕਤ ਦਿੱਤੇ ਗਏ ਟੇਬਲਸ ਟੈਗਸ ਦੀ ਵਰਤੋਂ ਕਰ ਸਕਦੇ ਹਾਂ। ਹੇਠਾਂ ਦਿੱਤੀ ਤਸਵੀਰ ਉਪਰੋਕਤ ਟੇਬਲ ਬਣਾਉਣ ਲਈ ਵੱਖ-ਵੱਖ ਟੇਬਲਸ ਟੈਗ ਦੀ ਵਰਤੋਂ ਨੂੰ ਦਰਸਾ ਰਹੀ ਹੈ। ਉਪਰੋਕਤ ਟੇਬਲ ਬਣਾਉਣ ਲਈ HTML ਡਾਕੂਮੈਂਟ ਦੀ ਇੱਕ ਪੂਰੀ ਉਦਾਹਰਨ ਇਸ ਪ੍ਰਕਾਰ ਹੈ। ਓਪਨ HTML ਟੈਗ ਓਪਨ ਹੈਡ ਟੈਗ ਓਪਨ ਟਾਈਟਲ ਟੈਗ ਟੇਬਲ ਐਗਜ਼ਾਮਪਲ ਕਲੋਜ਼ ਟਾਈਟਲ ਟੈਗ ਕਲੋਜ਼ ਹੈਡ ਟੈਗ ਓਪਨ ਬੋਡੀ ਟੈਗ ਓਪਨ ਟੇਬਲ ਟੈਗ ਓਪਨ ਕੈਪਸ਼ਨ ਟੇਬਲ ਸਟੂਡੈਂਟ ਇਨਫੋਰਮੇਸ਼ਨ ਕਲੋਜ਼ ਕੈਪਸ਼ਨ ਟੈਗ ਓਪਨ tr ਟੈਗ ਓਪਨ th ਟੈਗ ਰੋਲ ਨੰਬਰ ਕਲੋਜ਼ th ਟੈਗ ਓਪਨ th ਟੈਗ ਨੇਮ ਆਫ ਸਟੂਡੈਂਟ ਕਲੋਜ਼ th ਟੈਗ ਕਲੋਜ਼ tr ਟੈਗ open tr tag close td tag 101 close td tag open tr tag open td tag 101 close td tag open td tag paramveer close td tag close tr tag open tr tag close td tag 102 close td tag open td tag karnveer close td tag close tr tag open tr tag close open tr tag open td tag 103 close td tag open td tag kavyanjali close td tag close tr tag close table tag close body tag close html tag ਪ੍ਰੋਗਰਾਮ 3.7 ਇੱਕ ਸਧਾਰਨ ਟੇਬਲ ਬਣਾਉਣ ਲਈ HTML ਪ੍ਰੋਗਰਾਮ। ਚਿੱਤਰ 3.7 ਇੰਟਰਨੈਟ ਐਕਸਪਲੋਰਰ ਵਿੱਚ ਪ੍ਰੋਗਰਾਮ 3.7 ਦਾ ਆਉਟਪੁੱਟ ਉਪਰੋਕਤ ਉਦਾਹਰਨ ਵਿੱਚ ਟੇਬਲ ਅਤੇ ਇਸ ਦਾ ਡਾਟਾ ਬਿਨਾਂ ਕਿਸੇ ਸੈੱਲ ਬਾਰਡਰ ਦੇ ਦਿਖਾਇਆ ਗਿਆ ਹੈ। ਜੇਕਰ ਅਸੀਂ ਸੈੱਲਾਂ ਦਾ ਬਾਰਡਰ ਨਿਰਧਾਰਿਤ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਟੇਬਲਸ ਟੈਗ ਦੇ ਬਾਰਡਰ ਐਟਰੀਬਿਊਟ ਦੀ ਵਰਤੋਂ ਕਰਨੀ ਪਵੇਗੀ। ਬਾਰਡਰ ਐਟਰੀਬਿਊਟ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਐਟਰੀਬਿਊਟ ਮੌਜੂਦ ਹਨ ਜਿਨ੍ਹਾਂ ਦੀ ਵਰਤੋਂ ਟੇਬਲ ਅਤੇ ਇਸ ਦੇ ਨਾਲ ਸੰਬੰਧਿਤ ਹੋਰ ਟੈਗਸ ਨਾਲ ਕੀਤੀ ਜਾ ਸਕਦੀ ਹੈ। ਇਹ ਐਟਰੀਬਿਊਟ ਸਾਨੂੰ ਟੇਬਲ ਨੂੰ ਫਾਰਮੈਟ ਕਰਨ ਜਾਂ ਟੇਬਲ ਦੀ ਬਣਤਰ ਵਿੱਚ ਤਬਦੀਲੀ ਕਰਨ ਵਿੱਚ ਸਹਾਇਤਾ ਕਰਦੇ ਹਨ। ਆਓ ਹੁਣ ਅਸੀਂ ਢੁਕਵੀਆਂ ਉਦਾਹਰਨਾਂ ਦੀ ਮਦਦ ਨਾਲ ਟੇਬਲਾਂ ਨਾਲ ਸੰਬੰਧਿਤ ਟੈਗਸ ਦੇ ਵੱਖ-ਵੱਖ ਐਟਰੀਬਿਊਟ ਦੀ ਵਰਤੋਂ ਸੰਬੰਧੀ ਜਾਣਕਾਰੀ ਹਾਸਲ ਕਰੀਏ। 3.2.1 ਟੇਬਲ ਦੀ ਉਚਾਈ ਅਤੇ ਚੌੜਾਈ ਸੈੱਟ ਕਰਨਾ। ਅਸੀਂ ਟੇਬਲ ਟੈਗਸ ਦੇ width ਅਤੇ height ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਟੇਬਲ ਦੀ ਚੌੜਾਈ ਅਤੇ ਉਚਾਈ ਨਿਰਧਾਰਿਤ ਕਰ ਸਕਦੇ ਹਾਂ। ਟੇਬਲ ਦੀ ਚੌੜਾਈ ਜਾਂ ਉਚਾਈ ਨੂੰ ਪਿਕਸਲਾਂ ਦੇ ਰੂਪ ਵਿੱਚ ਜਾਂ ਉਪਲਬਧ ਸਕਰੀਨ ਖੇਤਰ ਦੇ ਪ੍ਰਤੀਸ਼ਤ ਰੂਪ ਵਿੱਚ ਨਿਰਧਾਰਿਤ ਕੀਤਾ ਜਾ ਸਕਦਾ ਹੈ। ਉਦਾਹਰਨ ਲਈ ਓਪਨ ਟੇਬਲ ਟੈਗ
width equal to 50%, height equal to 200, close table tag। ਇਸ ਉਦਾਹਰਨ ਅਨੁਸਾਰ ਵੈਬ ਬ੍ਰਾਊਜ਼ਰ ਵਿੰਡੋ ਦੀ 50% ਜਗ੍ਹਾ ਟੇਬਲ ਦੀ ਚੌੜਾਈ ਦੇ ਤੌਰ ਤੇ ਵਰਤੀ ਜਾਵੇਗੀ, ਜਦੋਂ ਕਿ ਟੇਬਲ ਦੀ ਉਚਾਈ ਨੂੰ 200 ਪਿਕਸਲ ਸੈੱਟ ਕੀਤਾ ਗਿਆ ਹੈ। 3.2.2 ਟੇਬਲ ਦਾ ਬਾਰਡਰ ਅਤੇ ਬਾਰਡਰ ਦਾ ਰੰਗ ਸੈੱਟ ਕਰਨਾ। ਮੂਲ ਰੂਪ ਵਿੱਚ HTML ਟੇਬਲ ਲਈ ਕੋਈ ਬਾਰਡਰ ਸੈੱਟ ਨਹੀਂ ਕੀਤਾ ਜਾਂਦਾ। ਇਹ ਟੇਬਲ ਟੈਗਸ ਦਾ ਬਾਰਡਰ ਐਟਰੀਬਿਊਟ ਹੈ ਜੋ ਸਾਰੇ ਸੈੱਲਾਂ ਦਾ ਬਾਰਡਰ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ। ਬਾਰਡਰ ਦੀ ਚੌੜਾਈ ਨੰਬਰਾਂ ਵਿੱਚ ਨਿਰਧਾਰਿਤ ਕੀਤੀ ਜਾਂਦੀ ਹੈ। ਉਦਾਹਰਨ ਲਈ ਇੱਕ ਪਤਲਾ ਬਾਰਡਰ ਸੈੱਟ ਕਰਨ ਲਈ ਬਾਰਡਰ ਐਟਰੀਬਿਊਟ ਦਾ ਮੁੱਲ 1 ਸੈੱਟ ਕੀਤਾ ਜਾਵੇਗਾ। ਬਾਰਡਰ ਦੀ ਮੋਟਾਈ ਵਧਾਉਣ ਲਈ 1 ਤੋਂ ਵੱਡੇ ਨੰਬਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਟੇਬਲ ਬਾਰਡਰ ਲਈ ਬਾਰਡਰ ਇਕੁਅਲ ਟੂ 0 ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਟੇਬਲ ਬਾਰਡਰ ਦਿਖਾਈ ਨਹੀਂ ਦੇਵੇਗਾ। ਉਦਾਹਰਨ ਲਈ ਓਪਨ ਟੇਬਲ ਟੈਗ ਬਾਰਡਰ ਇਕੁਅਲ ਟੂ 5, ਕਲੋਜ਼ ਟੇਬਲ ਟੈਗ। ਇਸ ਉਦਾਹਰਨ ਵਿੱਚ ਇੱਕ ਟੇਬਲ ਦਾ ਮੋਟਾ ਬਾਰਡਰ ਸੈੱਟ ਕੀਤਾ ਗਿਆ ਹੈ ਕਿਉਂਕਿ ਬਾਰਡਰ ਦਾ ਮੁੱਲ 5 ਸੈੱਟ ਕੀਤਾ ਗਿਆ ਹੈ ਜੋ ਕਿ 1 ਤੋਂ ਵੱਧ ਹੈ। ਟੇਬਲ ਬਾਰਡਰ ਦਾ ਰੰਗ ਬਦਲਣ ਲਈ ਬਾਰਡਰ ਕਲਰ ਐਟਰੀਬਿਊਟ ਵਰਤਿਆ ਜਾ ਸਕਦਾ ਹੈ। ਬਾਰਡਰ ਦਾ ਰੰਗ ਉਸ ਸਮੇਂ ਹੀ ਦਿਖਾਈ ਦੇਵੇਗਾ ਜਦੋਂ ਬਾਰਡਰ ਦਾ ਮੁੱਲ 1 ਜਾਂ ਇਸ ਤੋਂ ਵੱਧ ਸੈੱਟ ਕੀਤਾ ਹੋਵੇ। ਉਦਾਹਰਨ ਲਈ ਟੇਬਲ ਬਾਰਡਰ ਇਕੁਅਲ ਟੂ 1, ਬਾਰਡਰ ਕਲਰ ਇਕੁਅਲ ਟੂ ਰੈਡ, ਕਲੋਜ਼ ਟੇਬਲ ਟੈਗ। ਇਸ ਉਦਾਹਰਨ ਵਿੱਚ ਟੇਬਲ ਉੱਪਰ ਇੱਕ ਪਤਲੇ ਬਾਰਡਰ ਨੂੰ ਲਾਲ ਰੰਗ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ। ਹੇਠਾਂ ਦਿੱਤੀ HTML ਪ੍ਰੋਗਰਾਮ ਦੀ ਉਦਾਹਰਨ ਟੇਬਲ ਦੇ ਉਹਨਾਂ ਐਟਰੀਬਿਊਟ ਦੀ ਵਰਤੋਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਦੀ ਹੁਣ ਤੱਕ ਵਿਆਖਿਆ ਕੀਤੀ ਗਈ ਹੈ। ਓਪਨ HTML ਟੈਗ, open head tag, open title tag, table example, close title tag, close head tag, open body tag, open table tag, width equal to 50%, height equal to 100, border equal to 3, border color equal to red, caption, open caption tab, table, student information, close caption tag, open TR tag, open TH tag, roll number, close TH tag, open TH tag, name of student, close TH tag, close TR tag, open TR tag, open TD tag 101, close TD tag, open TD tag, Paramveer, close TD tag, close TR tag, open TR tag, open TD tag 102, close TD tag, open TD tag, Karnveer, close TD tag, close TR tag, open TR tag, close TD tag 103, close TD tag, open TD tag, Kavyanjali, close TD tag, close TR tag, close title tag, close table tag, close body tag, close HTML tag। ਪ੍ਰੋਗਰਾਮ 3.8 HTML ਪ੍ਰੋਗਰਾਮ ਜਿਸ ਵਿੱਚ ਟੇਬਲ ਪ੍ਰੋਪਰਟੀਜ਼ ਦੀ ਵਰਤੋਂ ਕੀਤੀ ਜਿਵੇਂ ਕਿ width, height, border ਅਤੇ border color। ਚਿੱਤਰ 3.8 ਪ੍ਰੋਗਰਾਮ 3.8 ਦੀ ਆਉਟਪੁੱਟ border color ਐਟਰੀਬਿਊਟ ਨੂੰ HTML5 ਵਿੱਚ ਡੈਪਰੀਕੇਟ ਕੀਤਾ ਗਿਆ ਹੈ। 3.2.3 ਟੇਬਲ ਬੈਕਗ੍ਰਾਉਂਡ ਸੈੱਟ ਕਰਨਾ। 3.2.3 ਟੇਬਲ ਬੈਕਗ੍ਰਾਉਂਡ ਸੈੱਟ ਕਰਨਾ। ਆਓ ਅਸੀਂ ਹੇਠਾਂ ਦਿੱਤੇ ਐਟਰੀਬਿਊਟ ਵਿੱਚ ਕਿਸੇ ਇੱਕ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਟੇਬਲ ਦਾ ਬੈਕਗ੍ਰਾਉਂਡ ਸੈੱਟ ਕਰ ਸਕਦੇ ਹਾਂ। BG ਕਲਰ ਇਹ ਐਟਰੀਬਿਊਟ ਪੂਰੇ ਟੇਬਲ ਲਈ ਬੈਕਗ੍ਰਾਉਂਡ ਦਾ ਰੰਗ ਬਦਲਣ ਲਈ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਕਿਸੇ ਵਿਸ਼ੇਸ਼ ਟੇਬਲ ਰੋ ਜਾਂ ਟੇਬਲ ਸੈੱਲ ਦਾ ਰੰਗ ਬਦਲਣ ਲਈ ਕੀਤੀ ਜਾ ਸਕਦੀ ਹੈ। ਇਸ ਐਟਰੀਬਿਊਟ ਦਾ ਮੁੱਲ ਰੰਗ ਦੇ ਨਾਮ ਜਾਂ ਹੈਕਸਾਡੈਸੀਮਲ ਕੋਡ ਵਜੋਂ ਸੈੱਟ ਕੀਤਾ ਜਾ ਸਕਦਾ ਹੈ। ਉਦਾਹਰਨ ਲਈ ਓਪਨ ਟੇਬਲ ਟੈਗ BG ਕਲਰ ਇਕੁਅਲ ਟੂ ਪਿੰਕ, ਕਲੋਜ਼ ਟੇਬਲ ਟੈਗ ਬੈਕਗ੍ਰਾਉਂਡ। ਇਹ ਐਟਰੀਬਿਊਟ ਪੂਰੇ ਟੇਬਲ ਲਈ ਜਾਂ ਸਿਰਫ ਸੈੱਲ ਲਈ ਬੈਕਗ੍ਰਾਉਂਡ ਕਲਰ ਬੈਕਗ੍ਰਾਉਂਡ ਤਸਵੀਰ ਸੈੱਟ ਕਰਨ ਲਈ ਵਰਤਿਆ ਜਾਂਦਾ ਹੈ। ਇਸ ਐਟਰੀਬਿਊਟ ਦਾ ਮੁੱਲ ਫਾਈਲ ਐਕਸਟੈਂਸ਼ਨ ਸਮੇਤ ਤਸਵੀਰ ਦਾ URL ਲੋਕੇਸ਼ਨ ਐਡਰੈਸ ਹੁੰਦਾ ਹੈ। ਉਦਾਹਰਨ ਲਈ ਟੇਬਲ ਟੈਗ ਬੈਕਗ੍ਰਾਉਂਡ ਇਕੁਅਲ ਟੂ back.jpg, ਕਲੋਜ਼ ਟੇਬਲ ਟੈਗ। ਇਹਨਾਂ ਐਟਰੀਬਿਊਟ ਨੂੰ HTML5 ਵਿੱਚ ਸਟਾਈਲ ਸ਼ੀਟ ਦੀ ਵੱਧ ਰਹੀ ਵਰਤੋਂ ਤਰਜੀਹ ਨਹੀਂ ਦਿੱਤੀ ਜਾਂਦੀ। ਹੇਠਾਂ ਦਿੱਤੇ HTML ਪ੍ਰੋਗਰਾਮ ਵਿੱਚ ਇਹਨਾਂ ਐਟਰੀਬਿਊਟ ਦੀ ਵਰਤੋਂ ਨੂੰ ਦਰਸਾਇਆ ਗਿਆ ਹੈ। ਓਪਨ HTML, ਓਪਨ ਹੈਡ, ਓਪਨ HTML ਟੈਗ, ਓਪਨ ਹੈਡ ਟੈਗ, ਓਪਨ ਟਾਈਟਲ ਟੈਗ, ਟੇਬਲ ਐਗਜ਼ਾਮਪਲ, ਕਲੋਜ਼ ਟਾਈਟਲ ਟੈਗ, ਕਲੋਜ਼ ਹੈਡ ਟੈਗ, ਓਪਨ ਬੋਡੀ ਟੈਗ, ਟੇਬਲ width equal to 50%, height equal to 150, border equal to 3, background equal to sample1.jpg, caption, open caption tag, table student information, close caption tag, open TR tag, open TH tag, roll number, close TH tag, open TH tag, name of student, close TH tag, close TR tag, open TR tag, open TD tag 101, close TD tag, open TD tag, Paramveer, close TD tag, close TR tag, open TR tag, BG color equal to yellow, open TD tag 102, close TD tag, open TD tag, Karnveer, close TD tag, close TR tag, open TR tag, open TD tag 103, close TD tag, open TD tag, BG color equal to pink, Kavyanjali
ਕਵਿਆਂਜਲੀ, ਕਲੋਜ਼ TD ਟੈਗ, ਕਲੋਜ਼ TR ਟੈਗ, ਕਲੋਜ਼ ਟੇਬਲ ਟੈਗ, ਕਲੋਜ਼ ਬਾਡੀ ਟੈਗ, ਕਲੋਜ਼ HTML ਟੈਗ। ਪ੍ਰੋਗਰਾਮ 3.8 ਟੇਬਲ ਐਟਰੀਬਿਊਟ, BG ਕਲਰ ਅਤੇ ਬੈਕਗ੍ਰਾਉਂਡ ਕਲਰ ਲਈ HTML ਪ੍ਰੋਗਰਾਮ। ਚਿੱਤਰ 3.8 ਪ੍ਰੋਗਰਾਮ 3.8 ਦੀ ਆਉਟਪੁੱਟ। 3.2.4 ਸੈੱਲ ਪੈਡਿੰਗ ਅਤੇ ਸੈੱਲ ਸਪੇਸਿੰਗ ਸੈੱਟ ਕਰਨਾ। ਸੈਟਿੰਗ ਸੈੱਲ ਪੈਡਿੰਗ ਐਂਡ ਸੈੱਲ ਸਪੇਸਿੰਗ। ਸੈੱਲ ਪੈਡਿੰਗ ਅਤੇ ਸੈੱਲ ਸਪੇਸਿੰਗ ਦੀ ਵਰਤੋਂ ਟੇਬਲ ਸੈੱਲ ਵਿੱਚ ਖਾਲੀ ਜਗ੍ਹਾ ਨੂੰ ਐਡਜਸਟ ਕਰਨ ਲਈ ਕੀਤੀ ਜਾ ਸਕਦੀ ਹੈ। ਇਹਨਾਂ ਖਾਲੀ ਜਗ੍ਹਾਵਾਂ ਬਲੈਂਕ ਸਪੇਸ ਨੂੰ ਵਿਵਸਥਿਤ ਕਰਨ ਲਈ ਟੇਬਲ ਸਟੈਕਸ ਵਿੱਚ ਦੋ ਐਟਰੀਬਿਊਟ ਸੈੱਲ ਪੈਡਿੰਗ ਅਤੇ ਸੈੱਲ ਸਪੇਸਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਸੈੱਲ ਪੈਡਿੰਗ ਟੇਬਲ ਸੈਲਸ ਨੂੰ ਫਾਰਮੈਟ ਕਰਨ ਅਤੇ ਸੈੱਲਾਂ ਦੀ ਦਿੱਖ ਵਧੀਆ ਬਣਾਉਣ ਲਈ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਸੈੱਲ ਪੈਡਿੰਗ ਸੈੱਲਾਂ ਦੇ ਅੰਦਰ ਵਾਧੂ ਜਗ੍ਹਾ ਪ੍ਰਦਾਨ ਕਰਦੀ ਹੈ। ਇਹ ਐਟਰੀਬਿਊਟ ਸੈੱਲ ਬਾਰਡਰ ਅਤੇ ਸੈੱਲ ਕੰਟੈਂਟਸ ਦੇ ਵਿਚਕਾਰ ਦੀ ਦੂਰੀ ਨੂੰ ਐਡਜਸਟ ਕਰਨ ਲਈ ਵਰਤਿਆ ਜਾਂਦਾ ਹੈ। ਮੂਲ ਰੂਪ ਵਿੱਚ ਸੈੱਲ ਪੈਡਿੰਗ ਇੱਕ ਪਿਕਸਲ ਹੁੰਦੀ ਹੈ। ਉਦਾਹਰਨ ਲਈ ਟੇਬਲ ਸੈੱਲ ਪੈਡਿੰਗ 5। ਸੈੱਲ ਸਪੇਸਿੰਗ HTML ਵਿੱਚ ਸੈੱਲ ਸਪੇਸਿੰਗ ਐਟਰੀਬਿਊਟ ਟੇਬਲ ਟੈਗ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਹੈ। ਇਹ ਐਟਰੀਬਿਊਟ ਸੈੱਲ ਦੇ ਬਾਹਰ ਖਾਲੀ ਜਗ੍ਹਾ ਨੂੰ ਐਡਜਸਟ ਕਰਦਾ ਹੈ। ਸੈੱਲ ਸਪੇਸਿੰਗ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਟੇਬਲ ਸੈੱਲਾਂ ਦੇ ਵਿਚਕਾਰ ਖਾਲੀ ਜਗ੍ਹਾ ਨੂੰ ਸੈੱਟ ਕਰ ਸਕਦੇ ਹਾਂ। ਮੂਲ ਰੂਪ ਵਿੱਚ ਬਾਈ ਡਿਫਾਲਟ ਸੈੱਲ ਸਪੇਸਿੰਗ 2 ਪਿਕਸਲ ਹੁੰਦੀ ਹੈ। ਉਦਾਹਰਨ ਲਈ ਟੇਬਲ ਟੈਗ ਸੈੱਲ ਸਪੇਸਿੰਗ 7। ਹੇਠਾਂ ਦਿੱਤੇ ਚਿੱਤਰ ਵਿੱਚ HTML ਟੇਬਲ ਵਿੱਚ ਸੈੱਲ ਪੈਡਿੰਗ ਅਤੇ ਸੈੱਲ ਸਪੇਸਿੰਗ ਦੀ ਧਾਰਨਾ ਨੂੰ ਦਰਸਾਉਂਦੀ ਹੈ। ਚਿੱਤਰ 3.9 ਟੇਬਲ ਵਿੱਚ ਸੈੱਲ ਸਪੇਸਿੰਗ ਅਤੇ ਸੈੱਲ ਪੈਡਿੰਗ ਦਾ ਸੰਕਲਪ। ਹੇਠਾਂ ਦਿੱਤੇ HTML ਪ੍ਰੋਗਰਾਮ ਵਿੱਚ ਟੇਬਲ ਟੈਗ ਦੇ ਸੈੱਲ ਸਪੇਸਿੰਗ ਅਤੇ ਸੈੱਲ ਪੈਡਿੰਗ ਐਟਰੀਬਿਊਟ ਦੀ ਵਰਤੋਂ ਨੂੰ ਦਰਸਾਇਆ ਗਿਆ ਹੈ। ਓਪਨ HTML ਟੈਗ, ਓਪਨ ਹੈਡ ਟੈਗ, ਟਾਈਟਲ ਟੇਬਲ ਐਗਜ਼ਾਮਪਲ, ਕਲੋਜ਼ ਟਾਈਟਲ ਟੈਗ, ਕਲੋਜ਼ ਹੈਡ ਟੈਗ, ਓਪਨ ਬਾਡੀ ਟੈਗ, ਓਪਨ ਟੇਬਲ ਸੈੱਲ ਪੈਡਿੰਗ 5, ਸੈੱਲ ਸਪੇਸਿੰਗ 10, width 50%, height 100, border 3, open caption tag, table student information, close caption tag, open TR tag, open TH tag, roll number, open TH tag, close TH tag, open TH tag, name of student, close TH tag, close TR tag, open TR tag, open TD tag 101, close TD tag, open TD tag, Paramveer, close TD tag, close TR tag, open TR tag, open TD tag 102, close TD tag, open TD tag, Karnveer, close TD tag, close TR tag, open TR tag, open TD tag 103, close TD tag, open TD tag, Kavyanjali, close TD tag, close TR tag, close table tag, close body tag, close head tag। ਪ੍ਰੋਗਰਾਮ 3.9 ਐਟਰੀਬਿਊਟ। ਪ੍ਰੋਗਰਾਮ 3.9 ਟੇਬਲ ਐਟਰੀਬਿਊਟ ਸੈੱਲ ਪੈਡਿੰਗ ਅਤੇ ਸੈੱਲ ਸਪੇਸਿੰਗ ਲਈ HTML ਪ੍ਰੋਗਰਾਮ। ਚਿੱਤਰ 3.10 ਪ੍ਰੋਗਰਾਮ 3.9 ਦਾ ਆਉਟਪੁੱਟ। 3.2.5 ਸੈੱਲਾਂ ਨੂੰ ਮਰਜ ਕਰਨਾ। ਸੈੱਲਾਂ ਨੂੰ ਮਰਜ ਕਰਨ ਦਾ ਮਤਲਬ ਹੈ ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਜੋੜ ਕੇ ਇੱਕ ਸੈੱਲ ਬਣਾਉਣਾ। HTML ਟੇਬਲ ਵਿੱਚ ਕਾਲ ਸਪੈਨ ਅਤੇ ਰੋ ਸਪੈਸਿੰਗ ਐਟਰੀਬਿਊਟ ਦੀ ਮਦਦ ਨਾਲ ਸੈੱਲਾਂ ਨੂੰ ਮਰਜ ਕੀਤਾ ਜਾ ਸਕਦਾ ਹੈ। ਇਹ ਐਟਰੀਬਿਊਟ TD ਜਾਂ TH ਟੈਗਸ ਲਈ ਵਰਤੇ ਜਾਂਦੇ ਹਨ। ਕਾਲ ਸਪੈਨ ਜੇ ਅਸੀਂ ਦੋ ਜਾਂ ਵਧੇਰੇ ਕਾਲਮਾਂ ਦੇ ਸੈੱਟ ਨੂੰ ਜੋੜ ਕੇ ਇੱਕ ਸਿੰਗਲ ਸੈੱਲ ਬਣਾਉਣਾ ਚਾਹੁੰਦੇ ਹਾਂ ਤਾਂ ਅਸੀਂ ਕਾਲ ਸਪੈਨ ਐਟਰੀਬਿਊਟ ਦੀ ਵਰਤੋਂ ਕਰਾਂਗੇ, ਜਿਵੇਂ ਕਿ ਚਿੱਤਰ 3.11 ਵਿੱਚ ਦਿਖਾਇਆ ਗਿਆ ਹੈ। ਕਾਲ ਸਪੈਨ ਐਟਰੀਬਿਊਟ ਦਾ ਘੱਟੋ ਘੱਟ ਮੁੱਲ 2 ਹੁੰਦਾ ਹੈ। ਉਦਾਹਰਨ ਲਈ TD ਕਾਲ ਸਪੈਨ 3। ਰੋ ਸਪੈਨ ਜੇ ਅਸੀਂ ਦੋ ਜਾਂ ਦੋ ਤੋਂ ਵਧੇਰੇ ਰੋਸ ਦੇ ਸੈੱਲਾਂ ਨੂੰ ਜੋੜ ਕੇ ਇੱਕ ਸਿੰਗਲ ਸੈੱਲ ਬਣਾਉਣਾ ਚਾਹੁੰਦੇ ਹਾਂ ਤਾਂ ਅਸੀਂ ਰੋ ਸਪੈਨ ਐਟਰੀਬਿਊਟ ਦੀ ਵਰਤੋਂ ਕਰਾਂਗੇ, ਜਿਵੇਂ ਕਿ ਚਿੱਤਰ 3.11 ਵਿੱਚ ਦਿਖਾਇਆ ਗਿਆ ਹੈ। ਰੋ ਸਪੈਨ ਐਟਰੀਬਿਊਟ ਦਾ ਘੱਟੋ ਘੱਟ ਮੁੱਲ 2 ਹੁੰਦਾ ਹੈ। ਉਦਾਹਰਨ ਲਈ TD ਰੋ ਸਪੈਨ 2। ਹੇਠਾਂ ਦਿੱਤਾ ਚਿੱਤਰ HTML ਟੇਬਲ ਵਿੱਚ ਕਾਲ ਸਪੈਨ ਅਤੇ ਰੋ ਸਪੈਨ ਦੀ ਧਾਰਨਾ ਨੂੰ ਦੱਸਦਾ। ਹੇਠਾਂ ਦਿੱਤਾ ਚਿੱਤਰ HTML ਟੇਬਲ ਵਿੱਚ ਕਾਲ ਸਪੈਨ ਅਤੇ ਰੋ ਸਪੈਨ ਦੀ ਧਾਰਨਾ ਨੂੰ ਦਰਸਾਉਂਦਾ ਹੈ। ਚਿੱਤਰ 3.11 HTML ਟੇਬਲ ਵਿੱਚ ਕਾਲ ਸਪੈਨ ਅਤੇ ਰੋ ਸਪੈਨ ਦਾ ਕਾਨਸੈਪਟ। ਹੇਠਾਂ ਦਿੱਤਾ ਗਿਆ HTML ਪ੍ਰੋਗਰਾਮ ਟੇਬਲ ਵਿੱਚ ਕਾਲ ਸਪੈਨ ਅਤੇ ਰੋ ਸਪੈਨ ਐਟਰੀਬਿਊਟ ਦੀ ਵਰਤੋਂ ਨੂੰ ਦਰਸਾ ਰਿਹਾ ਹੈ। ਓਪਨ HTML ਟੈਗ, ਓਪਨ ਹੈਡ ਟੈਗ, ਓਪਨ ਟਾਈਟਲ ਟੈਗ, ਟੇਬਲ ਐਗਜ਼ਾਮਪਲ, ਕਲੋਜ਼ ਟਾਈਟਲ ਟੈਗ, ਕਲੋਜ਼ ਹੈਡ ਟੈਗ, ਓਪਨ ਬਾਡੀ ਟੈਗ, ਓਪਨ ਟੇਬਲ width 50%, height 100, border 3, open caption tag, table student information, close caption tag, open TR tag, open TH tag, roll number, open TR tag, open TH tag, close TH tag, open TH tag, close TH tag, open TH tag, close TH tag, close TR tag, roll number, name of student, class 101, Paramveer। ਪ੍ਰੋਗਰਾਮ 3.10 ਐਟਰੀਬਿਊਟ ਕਾਲ ਸਪੈਨ ਅਤੇ ਰੋ ਸਪੈਨ ਲਈ HTML ਪ੍ਰੋਗਰਾਮ। ਚਿੱਤਰ 3.12 ਪ੍ਰੋਗਰਾਮ 3.10 ਲਈ ਰੋ ਸਪੈਨ ਅਤੇ ਕਾਲ ਸਪੈਨ ਦੀ ਵਰਤੋਂ। ਚਿੱਤਰ 3.13 ਪ੍ਰੋਗਰਾਮ 3.10 ਦੀ ਆਉਟਪੁੱਟ। 3.2.6 ਇੱਕ ਟੇਬਲ ਜਾਂ ਸੈੱਲ ਕੰਟੈਂਟਸ ਦੀ ਅਲਾਈਨਮੈਂਟ ਬਦਲਣਾ। ਚੇਂਜਿੰਗ ਦਾ ਅਲਾਈਨਮੈਂਟ ਆਫ ਟੇਬਲਸ ਔਰ ਸੈੱਲ ਵੈਲਿਊ। ਅਲਾਈਨਮੈਂਟ ਦੋ ਤਰੀਕਿਆਂ ਨਾਲ ਸੈੱਟ ਕੀਤੀ ਜਾ ਸਕਦੀ ਹੈ, ਲੇਟਵੇਂ ਰੂਪ ਵਿੱਚ ਹੌਰੀਜ਼ੌਂਟਲੀ ਅਤੇ ਖੜਵੇਂ ਰੂਪ ਵਿੱਚ ਵਰਟੀਕਲੀ। ਟੇਬਲ ਨੂੰ ਸਿਰਫ ਲੇਟਵੇਂ ਰੂਪ ਵਿੱਚ ਅਲਾਈਨ ਕੀਤਾ ਜਾ ਸਕਦਾ ਹੈ, ਜਦੋਂ ਕਿ ਸੈੱਲ ਕੰਟੈਂਟਸ ਨੂੰ ਲੇਟਵੇਂ ਤੇ ਖੜਵੇਂ ਦੋਵੇਂ ਤਰੀਕਿਆਂ ਨਾਲ ਅਲਾਈਨ ਕੀਤਾ ਜਾ ਸਕਦਾ ਹੈ। HTML ਟੇਬਲਾਂ ਨਾਲ ਸੰਬੰਧਿਤ ਵੱਖ-ਵੱਖ ਟੈਗਸ ਵਿੱਚ ਅਲਾਈਨਮੈਂਟ ਸੈੱਟ ਕਰਨ ਦੇ ਵੱਖ-ਵੱਖ ਤਰੀਕਿਆਂ ਸੰਬੰਧੀ ਜਾਣਕਾਰੀ ਹੇਠਾਂ ਦਿੱਤੀ ਗਈ ਹੈ। 3.2.6.1 ਲੇਟਵੇਂ ਰੂਪ ਵਿੱਚ ਅਲਾਈਨਮੈਂਟ ਸੈੱਟ ਕਰਨਾ। ਸੈਟਿੰਗ ਹੌਰੀਜ਼ੌਂਟਲੀ ਅਲਾਈਨਮੈਂਟ। ਅਲਾਈਨ ਐਟਰੀਬਿਊਟ
ਐਟਰੀਬਿਊਟ ਦੀ ਵਰਤੋਂ ਕਰਕੇ ਅਸੀਂ ਟੇਬਲ ਅਤੇ ਇਸ ਦੇ ਸੈੱਲ ਕੰਟੈਂਟਸ ਦੀ ਲੇਟਵੇਂ ਰੂਪ ਵਿੱਚ ਅਲਾਈਨਮੈਂਟ ਸੈੱਟ ਕਰ ਸਕਦੇ ਹਾਂ। HTML ਡਾਕੂਮੈਂਟ ਵਿੱਚ ਵਰਤੇ ਜਾਂਦੇ ਵੱਖ-ਵੱਖ ਟੇਬਲਸ ਟੈਗ ਲਈ ਅਲਾਈਨ ਐਟਰੀਬਿਊਟ ਦੀ ਵਰਤੋਂ ਸੰਬੰਧੀ ਜਾਣਕਾਰੀ ਇਸ ਪ੍ਰਕਾਰ ਹੈ। ਟੇਬਲ ਟੈਗ ਲਈ ਅਲਾਈਨ ਐਟਰੀਬਿਊਟ ਮੂਲ ਰੂਪ ਵਿੱਚ ਬਾਈ ਡਿਫਾਲਟ ਟੇਬਲ ਵੈਬ ਪੇਜਾਂ ਵਿੱਚ ਖੱਬੇ ਪਾਸੇ ਵੱਲ ਅਲਾਈਨ ਦਿਖਾਇਆ ਜਾਂਦਾ ਹੈ। ਟੇਬਲ ਟੈਗ ਵਿੱਚ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਟੇਬਲ ਦੀ ਅਲਾਈਨਮੈਂਟ ਨੂੰ ਲੇਟਵੇਂ ਰੂਪ ਵਿੱਚ ਬਦਲ ਸਕਦੇ ਹਾਂ। ਟੇਬਲ ਟੈਗ ਲਈ ਅਲਾਈਨ ਐਟਰੀਬਿਊਟ ਦੇ ਮੁੱਲ ਰਾਈਟ, ਲੈਫਟ ਜਾਂ ਸੈਂਟਰ ਸੈੱਟ ਕੀਤੇ ਜਾ ਸਕਦੇ ਹਨ। ਉਦਾਹਰਨ ਲਈ ਟੇਬਲ ਅਲਾਈਨ ਇਕੁਅਲ ਟੂ ਰਾਈਟ। TR ਟੈਗ ਲਈ ਅਲਾਈਨ ਐਟਰੀਬਿਊਟ ਮੂਲ ਰੂਪ ਵਿੱਚ ਬਾਈ ਡਿਫਾਲਟ ਟੇਬਲ ਰੋਜ਼ ਵਿੱਚ ਸੈੱਲ ਡਾਟਾ ਖੱਬੇ ਪਾਸੇ ਅਲਾਈਨ ਦਿਖਾਇਆ ਜਾਂਦਾ ਹੈ। TR ਟੈਗ ਵਿੱਚ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਰੋਜ਼ ਦੇ ਸਾਰੇ ਸੈੱਲਾਂ ਦੇ ਕੰਟੈਂਟਸ ਦੀ ਅਲਾਈਨਮੈਂਟ ਲੇਟਵੇਂ ਰੂਪ ਵਿੱਚ ਬਦਲ ਸਕਦੇ ਹਾਂ। TR ਟੈਗ ਲਈ ਅਲਾਈਨ ਐਟਰੀਬਿਊਟ ਦਾ ਮੁੱਲ ਰਾਈਟ, ਲੈਫਟ, ਸੈਂਟਰ ਜਾਂ ਜਸਟੀਫਾਈਡ ਸੈੱਟ ਕੀਤਾ ਜਾ ਸਕਦਾ ਹੈ। ਉਦਾਹਰਨ ਲਈ TR ਅਲਾਈਨ ਇਕੁਅਲ ਟੂ ਸੈਂਟਰ। TD ਅਤੇ TH ਟੈਗ ਲਈ ਅਲਾਈਨ ਐਟਰੀਬਿਊਟ ਮੂਲ ਰੂਪ ਵਿੱਚ ਬਾਈ ਡਿਫਾਲਟ TD ਦੁਆਰਾ ਪਰਿਭਾਸ਼ਿਤ ਸੈੱਲ ਕੰਟੈਂਟਸ ਖੱਬੇ ਪਾਸੇ ਅਲਾਈਨ ਦਿਖਾਈ ਦਿੰਦੇ ਹਨ, ਜਦੋਂ ਕਿ TH ਦੁਆਰਾ ਪਰਿਭਾਸ਼ਿਤ ਸੈੱਲ ਕੰਟੈਂਟਸ ਲਈ ਡਿਫਾਲਟ ਅਲਾਈਨਮੈਂਟ ਸੈਂਟਰ ਹੁੰਦੀ ਹੈ। ਜੇ ਅਸੀਂ TD ਜਾਂ TH ਟੈਗ ਵਿੱਚ ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹਾਂ ਤਾਂ ਇਹ ਉਸ ਖਾਸ ਸੈੱਲ ਦੀ ਲੇਟਵੇਂ ਰੂਪ ਵਿੱਚ ਅਲਾਈਨਮੈਂਟ ਨੂੰ ਬਦਲ ਦੇਵੇਗੀ ਜਿਸ ਤੇ ਇਹ ਲਾਗੂ ਕੀਤਾ ਗਿਆ ਹੈ। TD ਅਤੇ TH ਟੈਗਸ ਵਿੱਚ ਅਲਾਈਨ ਐਟਰੀਬਿਊਟ ਦਾ ਮੁੱਲ ਰਾਈਟ, ਲੈਫਟ, ਸੈਂਟਰ ਜਾਂ ਜਸਟੀਫਾਈ ਸੈੱਟ ਕੀਤਾ ਜਾ ਸਕਦਾ ਹੈ। ਉਦਾਹਰਨ ਲਈ TD ਅਲਾਈਨ ਇਕੁਅਲ ਟੂ ਸੈਂਟਰ। ਕੈਪਸ਼ਨ ਟੈਗ ਲਈ ਅਲਾਈਨ ਐਟਰੀਬਿਊਟ ਮੂਲ ਰੂਪ ਵਿੱਚ ਇੱਕ ਟੇਬਲ ਟਾਈਟਲ ਸੈਂਟਰ ਅਲਾਈਨਡ ਹੁੰਦਾ ਹੈ ਅਤੇ ਟੇਬਲ ਦੇ ਉੱਪਰ ਦਿਖਾਇਆ ਜਾਂਦਾ ਹੈ। ਅਲਾਈਨ ਐਟਰੀਬਿਊਟ ਨਾਲ ਟੇਬਲ ਦੇ ਟਾਈਟਲ ਦੀ ਅਲਾਈਨਮੈਂਟ ਨੂੰ ਟੇਬਲ ਦੇ ਉੱਪਰ ਜਾਂ ਨਿਚਲੇ ਪਾਸੇ ਸੈੱਟ ਕੀਤਾ ਜਾ ਸਕਦਾ ਹੈ। ਆਮ ਤੌਰ ਤੇ ਕੈਪਸ਼ਨ ਟੈਗ ਲਈ ਅਲਾਈਨ ਐਟਰੀਬਿਊਟ ਦਾ ਮੁੱਲ ਟਾਪ ਜਾਂ ਬਾਟਮ ਸੈੱਟ ਕੀਤਾ ਜਾ ਸਕਦਾ ਹੈ। ਜੇ ਅਸੀਂ ਅਲਾਈਨ ਇਕੁਅਲ ਟੂ ਟਾਪ ਸੈੱਟ ਕਰਦੇ ਹਾਂ ਤਾਂ ਟਾਈਟਲ ਟੇਬਲ ਦੇ ਉੱਪਰ ਪ੍ਰਦਰਸ਼ਿਤ ਕੀਤਾ ਜਾਵੇਗਾ। ਜੇ ਅਸੀਂ ਚਾਹੁੰਦੇ ਹਾਂ ਕਿ ਟਾਈਟਲ ਟੇਬਲ ਦੇ ਹੇਠਾਂ ਪ੍ਰਦਰਸ਼ਿਤ ਹੋਵੇ ਤਾਂ ਅਸੀਂ ਕੈਪਸ਼ਨ ਟੈਗ ਲਈ ਅਲਾਈਨ ਇਕੁਅਲ ਟੂ ਬਾਟਮ ਮੁੱਲ ਦੀ ਵਰਤੋਂ ਕਰ ਸਕਦੇ ਹਾਂ। ਪਰੰਤੂ ਅਲਾਈਨ ਐਟਰੀਬਿਊਟ ਨੂੰ CSS ਸਟਾਈਲ ਸ਼ੀਟ ਦੀ ਵੱਧ ਰਹੀ ਵਰਤੋਂ ਕਾਰਨ HTML5 ਵਿੱਚ ਡਿਪਰੀਕੇਟ ਕੀਤਾ ਗਿਆ ਹੈ। ਉਦਾਹਰਨ ਲਈ ਕੈਪਸ਼ਨ ਅਲਾਈਨ ਇਕੁਅਲ ਟੂ ਬਾਟਮ 3.2.6.2 ਖੜਵੇਂ ਰੂਪ ਵਿੱਚ ਅਲਾਈਨਮੈਂਟ ਸੈੱਟ ਕਰਨਾ। ਸੈਟਿੰਗ ਵਰਟੀਕਲ ਅਲਾਈਨਮੈਂਟ ਅਸੀਂ V ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਸਿਰਫ ਸੈੱਲ ਕੰਟੈਂਟਸ ਦੀ ਅਲਾਈਨਮੈਂਟ ਨੂੰ ਹੀ ਖੜਵੇਂ ਰੂਪ ਵਿੱਚ ਸੈੱਟ ਕਰ ਸਕਦੇ ਹਾਂ। HTML ਵਿੱਚ V ਅਲਾਈਨ ਐਟਰੀਬਿਊਟ ਦੀ ਵਰਤੋਂ TD ਟੈਗ, TH ਟੈਗ ਅਤੇ TR ਟੈਗਸ ਵਿੱਚ ਕੀਤੀ ਜਾਂਦੀ ਹੈ। HTML ਡਾਕੂਮੈਂਟ ਵਿੱਚ ਵਰਤੇ ਜਾਂਦੇ ਵੱਖ-ਵੱਖ ਟੇਬਲਸ ਟੈਗਸ ਲਈ V ਅਲਾਈਨ ਐਟਰੀਬਿਊਟ ਦੀ ਵਰਤੋਂ ਸੰਬੰਧੀ ਜਾਣਕਾਰੀ ਇਸ ਪ੍ਰਕਾਰ ਹੈ। TR ਟੈਗ ਲਈ V ਅਲਾਈਨ ਐਟਰੀਬਿਊਟ ਮੂਲ ਰੂਪ ਵਿੱਚ ਟੇਬਲ ਰੋ ਵਿੱਚ ਸੈੱਲ ਡਾਟਾ ਨੂੰ ਖੜਵੇਂ ਤੌਰ ਤੇ ਸੈਂਟਰ ਵਿੱਚ ਅਲਾਈਨ ਦਿਖਾਇਆ ਜਾਂਦਾ ਹੈ। TR ਟੈਗ ਵਿੱਚ V ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹੋਏ ਅਸੀਂ ਰੋ ਦੇ ਸਾਰੇ ਸੈੱਲਾਂ ਲਈ ਕੰਟੈਂਟਸ ਦੀ ਖੜਵੇਂ ਰੂਪ ਵਿੱਚ ਅਲਾਈਨਮੈਂਟ ਨੂੰ ਬਦਲ ਸਕਦੇ ਹਾਂ। ਆਮ ਤੌਰ ਤੇ TR ਟੈਗ ਲਈ V ਅਲਾਈਨ ਐਟਰੀਬਿਊਟ ਦਾ ਮੁੱਲ ਟਾਪ, ਮਿਡਲ ਜਾਂ ਬਾਟਮ ਹੋ ਸਕਦਾ ਹੈ। ਉਦਾਹਰਨ ਲਈ TR V ਅਲਾਈਨ ਇਕੁਅਲ ਟੂ ਟਾਪ। TD ਅਤੇ TH ਟੈਗ ਲਈ V ਅਲਾਈਨ ਐਟਰੀਬਿਊਟ ਮੂਲ ਰੂਪ ਵਿੱਚ TD ਅਤੇ TH ਟੈਗ ਦੇ ਸੈੱਲ ਕੰਟੈਂਟਸ ਨੂੰ ਖੜਵੇਂ ਰੂਪ ਵਿੱਚ ਸੈਂਟਰ ਅਲਾਈਨ ਦਿਖਾਇਆ ਜਾਂਦਾ ਹੈ। ਜੇ ਅਸੀਂ TD ਜਾਂ TH ਟੈਗ ਵਿੱਚ V ਅਲਾਈਨ ਐਟਰੀਬਿਊਟ ਦੀ ਵਰਤੋਂ ਕਰਦੇ ਹਾਂ ਤਾਂ ਉਸ ਖਾਸ ਸੈੱਲ ਦੀ ਅਲਾਈਨਮੈਂਟ ਨੂੰ ਖੜਵੇਂ ਰੂਪ ਵਿੱਚ ਬਦਲ ਦੇਵੇਗਾ ਜਿਸ ਉੱਪਰ ਇਸ ਨੂੰ ਲਾਗੂ ਕੀਤਾ ਜਾਵੇਗਾ। ਆਮ ਤੌਰ ਤੇ TD ਅਤੇ TH ਟੈਗਸ ਲਈ V ਅਲਾਈਨ ਐਟਰੀਬਿਊਟ ਦਾ ਮੁੱਲ ਟਾਪ, ਮਿਡਲ ਜਾਂ ਬਾਟਮ ਸੈੱਟ ਕੀਤਾ ਜਾ ਸਕਦਾ ਹੈ। ਉਦਾਹਰਨ ਲਈ TD V ਅਲਾਈਨ ਇਕੁਅਲ ਟੂ ਬਾਟਮ। ਪ੍ਰੋਗਰਾਮ 3.11 ਅਲਾਈਨ ਅਤੇ V ਅਲਾਈਨ ਲਈ HTML ਪ੍ਰੋਗਰਾਮ। ਚਿੱਤਰ 3.14 ਪ੍ਰੋਗਰਾਮ 3.11 ਦੀ ਆਉਟਪੁੱਟ। ਹੁਣ ਤੱਕ ਅਸੀਂ ਟੇਬਲਾਂ ਨਾਲ ਸੰਬੰਧਿਤ ਟੈਗਸ ਅਤੇ ਉਹਨਾਂ ਦੇ ਐਟਰੀਬਿਊਟ ਬਾਰੇ ਵਿਸਥਾਰ ਵਿੱਚ ਚਰਚਾ ਕਰ ਚੁੱਕੇ ਹਾਂ, ਜਿਸ ਨਾਲ ਹੁਣ ਅਸੀਂ ਅਜਿਹੀ ਸਥਿਤੀ ਵਿੱਚ ਹਾਂ ਕਿ ਅਸੀਂ ਟੇਬਲ ਵਿੱਚ ਡਾਟਾ ਦੇ ਨਾਲ ਬਹੁਤ ਲਚਕਤਾ ਨਾਲ ਕੰਮ ਕਰ ਸਕਦੇ ਹਾਂ। HTML ਟੇਬਲ ਵੈਬ ਪੇਜਾਂ ਦੇ ਲੇਆਊਟ ਦਾ ਪ੍ਰਬੰਧਨ ਕਰਨ ਲਈ ਵੀ ਵਰਤੇ ਜਾ ਸਕਦੇ ਹਨ। ਉਦਾਹਰਨ ਲਈ ਪੇਜ ਦਾ ਹੈਡਰ ਸੈਕਸ਼ਨ, ਨੈਵੀਗੇਸ਼ਨ ਬਾਰ, ਬਾਡੀ ਕੰਟੈਂਟਸ, ਫੁੱਟਰ ਸੈਕਸ਼ਨ ਆਦਿ ਬਣਾਉਣ ਲਈ ਟੇਬਲਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰ ਵੈਬ ਪੇਜਾਂ ਦਾ ਲੇਆਊਟ ਸੈੱਟ ਕਰਨ ਲਈ ਟੇਬਲਾਂ ਦੀ ਬਜਾਏ div ਟੈਗ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਗਈ ਹੈ। ਨੋਟ: ਸਾਰੇ ਵੈਬ ਬ੍ਰਾਊਜ਼ਰ HTML ਵਿੱਚ ਵਰਤੇ ਜਾਂਦੇ ਸਾਰੇ ਟੈਗਸ ਅਤੇ ਉਹਨਾਂ ਦੇ ਐਟਰੀਬਿਊਟ ਨੂੰ ਸਪੋਰਟ ਨਹੀਂ ਕਰਦੇ। ਇਸ ਲਈ ਇਹ ਸੰਭਵ ਹੈ ਕਿ ਵੈਬ ਬ੍ਰਾਊਜ਼ਰਾਂ ਦੇ ਅਨੁਕੂਲਤਾ ਮੁੱਦਿਆਂ ਦੇ ਕਾਰਨ ਕੁਝ ਟੈਗਸ ਜਾਂ ਐਟਰੀਬਿਊਟ ਸਾਰੇ ਵੈਬ ਬ੍ਰਾਊਜ਼ਰਾਂ ਵਿੱਚ ਉਮੀਦ ਅਨੁਸਾਰ ਕੰਮ ਨਾ ਕਰਨ। ਅਜਿਹੀ ਸਥਿਤੀ ਵਿੱਚ HTML ਡਾਕੂਮੈਂਟ ਦੀ ਅਨੁਮਾਨਿਤ ਆਉਟਪੁੱਟ ਪ੍ਰਾਪਤ ਕਰਨ ਲਈ HTML ਪ੍ਰੋਗਰਾਮ ਨੂੰ ਵੱਖੋ ਵੱਖਰੇ ਬ੍ਰਾਊਜ਼ਰ ਵਿੱਚ ਚਲਾ ਕੇ ਆਉਟਪੁੱਟ ਨੂੰ ਟੈਸਟ ਕੀਤਾ ਜਾ ਸਕਦਾ ਹੈ।